ਮੈਂ ਪਾਪਾ ਦੀ ਵਸੀਅਤ ਕਈ ਵਾਰ ਪੜ੍ਹੀ ਸੀ, ਜਿਸ ਨੂੰ ਦੇਖ ਕੇ ਮੇਰਾ ਖੂਨ ਉਬਲ ਰਿਹਾ ਸੀ। ਇੱਕ ਦਿਨ ਪਹਿਲਾਂ ਹੀ ਮੈਨੂੰ ਅਚਾਨਕ ਲੰਡਨ ਤੋਂ ਭਾਰਤ ਵਾਪਸ ਆਉਣਾ ਪਿਆ, ਕਿਉਂਕਿ ਮੇਰੇ ਪਿਤਾ ਦੀ ਮੌਤ ਹੋ ਗਈ ਸੀ। ਮੇਰੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਜਦੋਂ ਉਹਨਾਂ ਦੇ ਵਕੀਲ ਨੇ ਮੈਨੂੰ ਵਸੀਅਤ ਦਿੱਤੀ ਤਾਂ ਮੈਂ ਇਹ ਦੇਖ ਕੇ ਗੁੱਸੇ ਨਾਲ ਲਾਲ ਹੋ ਗਿਆ। ਮੈਂ ਲੰਡਨ ਦੇ ਪੈਟਰੋਲ ਪੰਪ 'ਤੇ ਕੰਮ ਕਰਦਾ ਸੀ। ਮੈਨੂੰ ਜੋ ਵੀ ਤਨਖਾਹ ਮਿਲਦੀ ਸੀ, ਮੇਰੀ ਮਾਮੂਲੀ ਖਰਚੇ ਲਈ ਪੈਸੇ ਕੱਢਣ ਤੋਂ ਬਾਅਦ ਮੈਂ ਬਾਕੀ ਪੈਸੇ ਭਾਰਤ ਆਪਣੇ ਪਿਤਾ ਨੂੰ ਭੇਜ ਦਿੰਦਾ ਸੀ। ਇੱਕ ਇੱਕ ਪੈਸਾ ਬਚਾ ਕੇ ਆਪਣੇ ਪਿੰਡ ਦੀ ਕੁਝ ਜ਼ਮੀਨ ਵੇਚ ਕੇ ਮੇਰੇ ਪਿਤਾ ਨੇ ਦਿੱਲੀ ਸ਼ਹਿਰ ਵਿੱਚ ਇੱਕ ਘਰ ਅਤੇ ਕੁਝ ਦੁਕਾਨਾਂ ਖਰੀਦ ਲਈਆਂ ਅਤੇ ਇੱਥੇ ਰਹਿਣ ਲੱਗੇ। ਮੈਂ ਪਿਛਲੇ 10 ਸਾਲਾਂ ਤੋਂ ਪੈਸੇ ਭੇਜ ਰਿਹਾ ਸੀ। ਮੈਂ 17 ਸਾਲ ਦੀ ਉਮਰ ਵਿੱਚ ਲੰਡਨ ਆ ਗਿਆ ਸੀ ਤੇ ਹੁਣ 27 ਸਾਲ ਦਾ ਸੀ। ਆਪਣੇ ਪਿਤਾ ਦੀ ਅਚਾਨਕ ਮੌਤ ਬਾਰੇ ਸੁਣ ਕੇ ਮੈਨੂੰ ਵਾਪਸ ਆਉਣ ਲਈ ਆਪਣੀ ਨੌਕਰੀ ਛੱਡਣੀ ਪਈ, ਕਿਉਂਕਿ ਉਹ ਮੈਨੂੰ ਛੁੱਟੀ ਦੇਣ ਲਈ ਤਿਆਰ ਨਹੀਂ ਸਨ। ਮੈਨੂੰ ਇਹ ਵੀ ਸਹਾਰਾ ਸੀ ਕਿ ਮੈਂ ਜੋ ਵੀ ਪੈਸੇ ਘਰ ਭੇਜੇ ਹਨ, ਮੇਰੇ ਪਿਤਾ ਜੀ ਨੇ ਜ਼ਰੂਰ ਮੇਰੇ ਲਈ ਸੰਭਾਲ ਕੇ ਰੱਖੇ ਹੋਣਗੇ। ਇਸ ਲਈ ਮੈਂ ਦਿੱਲੀ ਜਾ ਕੇ ਕੋਈ ਛੋਟਾ-ਮੋਟਾ ਕੰਮ ਕਰਕੇ ਆਪਣੇ ਘਰ ਵਸਾ ਲਵਾਂਗਾ। ਪਰ ਪਿਤਾ ਜੀ ਦੀ ਵਸੀਅਤ ਨੇ ਮੇਰੇ ਹੋਸ਼ ਉਡਾ ਦਿੱਤੇ। ਵਸੀਅਤ ਵਿੱਚ ਲਿਖਿਆ ਸੀ ਕਿ ਤੈਨੂੰ ਲੰਡਨ ਜਾਣ ਲਈ ਪੈਸਿਆਂ ਦੀ ਲੋੜ ਸੀ, ਇਸ ਲਈ ਮੈਂ ਆਪਣੀ ਜ਼ਮੀਨ ਦਾ ਕੋਈ ਹਿੱਸਾ ਵੇਚ ਕੇ ਪੈਸਿਆਂ ਦਾ ਇੰਤਜ਼ਾਮ ਕਰਕੇ ਤੈਨੂੰ ਦੇ ਦਿੱਤਾ। ਇਸ ਲਈ ਇਸ ਘਰ ਤੇ ਪਾਪਾ ਦੀ ਬਾਕੀ ਜਾਇਦਾਦ ਤੇ ਸਿਰਫ ਸੁਨੈਣਾ ਦਾ ਹੱਕ ਸੀ, ਕਿਉਂਕਿ ਤੈਨੂੰ ਪਹਿਲਾਂ ਹੀ ਤੇਰਾ ਹਿੱਸਾ ਮਿਲ ਗਿਆ ਹੈ। ਜਦੋਂ ਤੂੰ ਲੰਡਨ ਗਿਆ ਸੀ ਤਾਂ ਇਹ ਪੜ੍ਹ ਕੇ ਮੈਂ ਪੂਰੀ ਤਰ੍ਹਾਂ ਉਲਝਣ ਵਿੱਚ ਸੀ। ਮੇਰੀ ਭੈਣ ਛੋਟੀ ਉਮਰ ਵਿੱਚ ਹੀ ਇੱਕ ਪਾਗਲ ਸੀ ਅਤੇ ਮਾਨਸਿਕ ਹਸਪਤਾਲ ਵਿੱਚ ਇਲਾਜ ਅਧੀਨ ਸੀ। ਪਾਪਾ ਨੇ ਸਭ ਕੁਝ ਉਸ ਦੇ ਨਾਮ 'ਤੇ ਕਿਵੇਂ ਤਬਦੀਲ ਕਰ ਦਿੱਤਾ। ਖੈਰ, ਇਹ ਇੰਨੀ ਵੱਡੀ ਗੱਲ ਨਹੀਂ ਹੋਣੀ ਸੀ ਜੇਕਰ ਜਾਇਦਾਦ ਦਾ ਸਿਰਫ ਇੱਕ ਹਿੱਸਾ ਸੁਨੈਣਾ ਦੇ ਨਾਮ ਹੁੰਦਾ। ਮੈਂ ਉਸ ਪਾਗਲ ਤੋਂ ਸਟੈਂਪ ਪੇਪਰ 'ਤੇ ਦਸਤਖਤ ਕਰਵਾ ਕੇ ਸਭ ਕੁਝ ਆਪਣੇ ਨਾਮ ਕਰ ਸਕਦਾ ਸੀ, ਪਰ ਪਿਤਾ ਜੀ ਨੇ ਤਾਂ ਹੱਦ ਹੀ ਕਰ ਦਿੱਤੀ ਸੀ। ਉਹਨਾਂ ਨੇ ਇਹ ਵੀ ਲਿਖਿਆ ਸੀ ਕਿ ਪਿਤਾ ਜੀ ਦੀ ਸਾਰੀ ਜਾਇਦਾਦ ਕੇਵਲ ਉਹੀ ਲੈ ਸਕਦਾ ਹੈ ਜੋ ਸਨੇਹਾ ਨਾਲ ਵਿਆਹ ਕਰੇਗਾ ਤੇ ਉਸ ਨੂੰ ਤਲਾਕ ਨਹੀਂ ਦੇਵੇਗਾ ਅਤੇ ਨਾ ਹੀ ਦੁਬਾਰਾ ਕਦੇ ਵਿਆਹ ਕਰੇਗਾ। ਭਾਵ ਮੇਰੇ ਪਿਤਾ ਜੀ ਮੇਰੇ ਸਾਲਾਂ ਦੀ ਮਿਹਨਤ ਨੂੰ ਖੂਹ ਵਿੱਚ ਸੁੱਟ ਦਿੱਤਾ ਸੀ। ਮੇਰੇ ਹੱਥਾਂ ਵਿੱਚ ਇੱਕ ਪੈਸਾ ਵੀ ਨਹੀਂ ਬਚਿਆ ਸੀ। ਪਾਪਾ ਦੀ ਜਾਇਦਾਦ ਹੁਣ ਕਰੋੜਾਂ 'ਚ ਪਹੁੰਚ ਚੁੱਕੀ ਸੀ, ਜੋ ਉਹਨਾਂ ਨੇ ਕਦੇ ਲੱਖਾਂ 'ਚ ਖਰੀਦੀ ਸੀ। ਪਿਤਾ ਜੀ ਦੀ ਵਸੀਅਤ ਪੜ੍ਹ ਕੇ ਮੈਨੂੰ ਬਹੁਤ ਗੁੱਸਾ ਆਇਆ। ਅਜਿਹੀ ਵਸੀਅਤ ਦਾ ਕੀ ਮਕਸਦ ਸੀ? ਪਾਪਾ ਆਪਣੀ ਜਾਇਦਾਦ ਕਿਸੇ ਅਜਨਬੀ ਨੂੰ ਕਿਵੇਂ ਦੇ ਸਕਦੇ ਸਨ? ਜੇਕਰ ਮੈਂ ਸੁਨੈਣਾ ਦਾ ਵਿਆਹ ਕਿਸੇ ਨਾਲ ਕਰਵਾ ਦਿੱਤਾ ਹੁੰਦਾ ਤਾਂ ਵੀ ਮੈਨੂੰ ਕੁਝ ਨਹੀਂ ਮਿਲਣਾ ਸੀ, ਕਿਉਂਕਿ ਮੈਨੂੰ ਆਪਣੇ ਪਿਤਾ ਦੇ ਘਰ ਰਹਿਣ ਦੀ ਇਜਾਜ਼ਤ ਵੀ ਨਹੀਂ ਸੀ। ਜਿਸ ਦਾ ਵਿਆਹ ਸੁਨੈਣਾ ਨਾਲ ਹੋਣਾ ਸੀ, ਉਹ ਇਸ ਘਰ ਵਿੱਚ ਰਹਿ ਸਕਦਾ ਸੀ। ਇਸ ਅਜੀਬ ਵਸੀਅਤ ਦੇ ਨਾਲ-ਨਾਲ ਇੱਕ ਚਿੱਠੀ ਵੀ ਸੀ ਜੋ ਪਿਤਾ ਜੀ ਨੇ ਮੇਰੇ ਨਾਮ 'ਤੇ ਲਿਖੀ ਸੀ, ਪਰ ਮੈਨੂੰ ਪਿਤਾ ਜੀ 'ਤੇ ਬਹੁਤ ਗੁੱਸਾ ਸੀ। ਮੈਂ ਇਹ ਸਭ ਕੁਝ ਇੱਕ ਦਰਾਜ 'ਚ ਸੁੱਟ ਦਿੱਤਾ, ਕਿਉਂਕਿ ਪਿਤਾ ਜੀ ਦੁਆਰਾ ਲਿਖੀ ਆਖਰੀ ਚਿੱਠੀ ਪੜ੍ਹ ਕੇ ਮੈਨੂੰ ਚੰਗਾ ਨਹੀਂ ਲੱਗਣਾ। ਮੈਨੂੰ ਪਤਾ ਸੀ ਕਿ ਮੈਨੂੰ ਬੇਨਤੀ ਕੀਤੀ ਹੋਵੇਗੀ ਕਿ ਸੁਨੈਣਾ ਪਾਗਲ ਸੀ, ਇਸ ਲਈ ਉਸ ਨੂੰ ਜਾਇਦਾਦ ਦੀ ਲੋੜ ਸੀ। ਇਸ ਨਾਲ ਕੋਈ ਜਾਇਦਾਦ ਦੇ ਲਾਲਚ ਵਿੱਚ ਉਸ ਨਾਲ ਵਿਆਹ ਕਰ ਲਵੇਗਾ ਤੇ ਸਾਰੀ ਉਮਰ ਉਸ ਦੀ ਦੇਖਭਾਲ ਕਰੇਗਾ। ਤੂੰ ਆਦਮੀ ਹੋ ਤੇ ਆਪਣਾ ਪ੍ਰਬੰਧ ਖੁਦ ਕਰ ਸਕਦੇ ਹੋ। ਪਾਪਾ ਨੇ ਚਿੱਠੀ ਵਿੱਚ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਣਗੀਆਂ ਅਤੇ ਮੈਨੂੰ ਪੜ੍ਹ ਕੇ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ। ਇਸ ਲਈ ਮੈਂ ਇਹ ਚਿੱਠੀ ਦਰਾਜ ਵਿੱਚ ਰੱਖ ਕੇ ਦਰਾਜ ਬੰਦ ਕਰ ਦਿੱਤਾ। ਅਗਲੇ ਦਿਨ ਉਹ ਵਕੀਲ ਮੇਰੇ ਕੋਲ ਆਇਆ ਤੇ ਕਿਹਾ ਕਿ ਤੈਨੂੰ ਇਹ ਘਰ ਖਾਲੀ ਕਰਨਾ ਪਵੇਗਾ। ਤੁਸੀਂ ਇਸ ਘਰ ਵਿੱਚ ਸੁਨੈਣਾ ਦੀ ਮੌਜੂਦਗੀ ਜਾਂ ਉਸ ਦੀ ਸਹਿਮਤੀ ਨਾਲ ਹੀ ਰਹਿ ਸਕਦੇ ਹੋ। ਮੈਂ ਗੁੱਸੇ ਨਾਲ ਅਤੇ ਹੈਰਾਨੀ ਨਾਲ ਕਿਹਾ ਕਿ ਉਹ ਪਾਗਲ ਹੈ। ਉਸ ਕੋਲ ਆਪਣੀ ਸਹਿਮਤੀ ਦੇਣ ਲਈ ਇੰਨੀ ਸਮਝ ਨਹੀਂ ਆ ਤੇ ਫਿਰ ਮੈਂ ਉਸ ਦਾ ਭਰਾ ਹਾਂ। ਇਹ ਮੇਰੇ ਪਿਤਾ ਦਾ ਘਰ ਹੈ। ਮੇਰੀ ਗੱਲ ਸੁਣ ਕੇ ਵਕੀਲ ਕਹਿਣ ਲੱਗਾ ਕਿ ਵਸੀਅਤ ਵੀ ਤੇਰੇ ਪਾਪਾ ਨੇ ਹੀ ਬਣਾਈ ਸੀ। ਤੁਹਾਡੇ ਕੋਲ ਅੱਜ ਸ਼ਾਮ ਤੱਕ ਦਾ ਸਮਾਂ ਹੈ, ਜਾਂ ਤਾਂ ਤੁਸੀਂ ਸੁਨੈਣਾ ਨੂੰ ਘਰ ਵਾਪਸ ਲੈ ਆਓ ਤੇ ਮੈਂ ਸ਼ਾਮ ਨੂੰ ਤੈਨੂੰ ਇਸ ਘਰ ਵਿੱਚੋਂ ਬਾਹਰ ਕੱਢ ਦੇਵਾਂਗਾ ਤੇ ਘਰ ਨੂੰ ਤਾਲਾ ਲਗਾ ਦੇਵਾਂਗਾ। ਇਹ ਕਹਿ ਕੇ ਵਕੀਲ ਉੱਥੋਂ ਚਲਾ ਗਿਆ ਤੇ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣਾ ਸਿਰ ਕੰਧ ਨਾ ਮਾਰ ਲਵਾਂ। ਸੁਨੈਣਾ ਦੀ ਉਮਰ 22 ਸਾਲ ਸੀ, ਪਰ ਉਸ ਦਾ ਦਿਮਾਗ ਇੱਕ 10-12 ਸਾਲਾਂ ਦੇ ਬੱਚੇ ਵਰਗਾ ਸੀ। ਫਿਰ ਉਸ ਨੂੰ ਗੁੱਸੇ ਵਿੱਚ ਚੀਕ ਚੁੱਕ ਕੇ ਮਾਰਨ ਦੀ ਵੀ ਆਦਤ ਸੀ। ਮੈਂ ਉਸ ਨੂੰ ਘਰ ਕਿਵੇਂ ਲਿਆ ਸਕਦਾ ਸੀ? ਉਹ ਮੇਰੇ ਬਾਹਰ ਜਾਣ ਤੋਂ ਬਾਅਦ ਆਂਢ ਗੁਆਂਢ ਦੇ ਬੱਚਿਆਂ ਦਾ ਜਿਉਣਾ ਮੁਸ਼ਕਲ ਕਰ ਦਿੰਦੀ। ਮੈਂ ਅੰਦਰੋਂ ਬਹੁਤ ਪਰੇਸ਼ਾਨ ਸੀ, ਪਰ ਮੇਰੇ ਪਿਤਾ ਨੇ ਮੇਰੇ ਕੋਲ ਕੋਈ ਚਾਰਾ ਵੀ ਨਹੀਂ ਛੱਡਿਆ ਸੀ। ਮੈਂ ਦੁਪਹਿਰ ਨੂੰ ਹੀ ਸੁਨੈਣਾ ਨੂੰ ਲੈਣ ਮਾਨਸਿਕ ਹਸਪਤਾਲ ਪਹੁੰਚਿਆ ਤੇ ਡਾਕਟਰ ਉਹਨਾਂ ਨੂੰ ਕਿਹਾ ਕਿ ਮੈਂ ਸੁਨੈਣਾ ਦਾ ਭਰਾ ਹਾਂ ਅਤੇ ਉਸ ਨੂੰ ਵਾਪਸ ਲੈਣ ਆਇਆ ਹਾਂ। ਡਾਕਟਰ ਪਹਿਲਾਂ ਤਾਂ ਸਹਿਮਤ ਨਹੀਂ ਸੀ ਸੁਨੈਣਾ ਨੂੰ ਮੇਰੇ ਨਾਲ ਭੇਜਣ ਲਈ ਤੇ ਕਹਿਣ ਲੱਗਾ ਕਿ ਸੁਨੈਣਾ ਦੇ ਪਿਤਾ ਨੇ ਸੁਨੈਣਾ ਨੂੰ ਇੱਥੇ ਦਾਖਲ ਕਰਵਾਇਆ ਹੈ ਤੇ ਅਸੀਂ ਉਸ ਦੀ ਸਹਿਮਤੀ ਤੋਂ ਬਿਨਾਂ ਸੁਨੈਣਾ ਨੂੰ ਤੁਹਾਡੇ ਨਾਲ ਨਹੀਂ ਭੇਜ ਸਕਦੇ।
ਮੈਂ ਡਾਕਟਰ ਨੂੰ ਦੱਸਿਆ ਕਿ ਮੈਂ ਸੁਨੈਣਾ ਦਾ ਭਰਾ ਹਾਂ ਤੇ ਮੇਰੇ ਪਿਤਾ ਦੀ ਮੌਤ ਹੋ ਗਈ ਆ, ਇਸ ਲਈ ਹੁਣ ਸੁਨੈਣਾ ਦੀ ਦੇਖਭਾਲ ਕਰਨਾ ਮੇਰੀ ਜ਼ਿੰਮੇਵਾਰੀ ਆ। ਮੇਰੀ ਗੱਲ ਸੁਣ ਕੇ ਵੀ ਪਤਾ ਨਹੀਂ ਕਿਉਂ ਡਾਕਟਰ ਸੁਨੈਣਾ ਨੂੰ ਮੇਰੇ ਨਾਲ ਭੇਜਣ ਲਈ ਰਾਜ਼ੀ ਨਹੀਂ ਹੋ ਰਿਹਾ ਸੀ। ਤੇ ਜਦੋਂ ਮੈਂ ਡਾਕਟਰ ਨੂੰ ਧਮਕੀ ਦਿੱਤੀ ਕਿ ਤੁਸੀਂ ਮੈਨੂੰ ਮੇਰੀ ਭੈਣ ਨੂੰ ਇੱਥੋਂ ਲਿਜਾਣ ਤੋਂ ਨਹੀਂ ਰੋਕ ਸਕਦੇ, ਮੈਂ ਤੁਹਾਡੀ ਸ਼ਿਕਾਇਤ ਕਰਾਂਗਾ, ਤਾਂ ਡਾਕਟਰ ਮੰਨ ਗਿਆ ਤੇ ਸੁਨੈਣਾ ਨੂੰ ਮੇਰੇ ਨਾਲ ਭੇਜਣ ਲਈ ਸਹਿਮਤ ਹੋ ਗਿਆ। ਡਾਕਟਰ ਨੇ ਮੇਰੇ ਤੋਂ ਕੁਝ ਕਾਗਜ਼ਾਂ ਤੇ ਦਸਤਖਤ ਕਰਵਾਏ ਤੇ ਨਰਸਾਂ ਨੂੰ ਸੁਨੈਣਾ ਨੂੰ ਲਿਆਉਣ ਲਈ ਕਿਹਾ। ਕੁਝ ਦੇਰ ਬਾਅਦ ਇੱਕ ਲੰਬੇ ਬਾਲਾਂ ਵਾਲੀ ਬਹੁਤ ਹੀ ਸੋਹਣੀ ਕੁੜੀ ਹੱਥ ਵਿੱਚ ਇੱਕ ਗੁੱਡੀ ਫੜੀ ਖੜੀ ਸੀ ਤੇ ਮੇਰੇ ਵੱਲ ਧਿਆਨ ਨਾਲ ਦੇਖ ਰਹੀ ਸੀ। ਮੈਂ ਉਸ ਨੂੰ ਸਾਲਾਂ ਬਾਅਦ ਮਿਲ ਰਿਹਾ ਸੀ। ਕਿਸੇ ਵੀ ਪਾਸੇ ਤੋਂ ਇਹ ਨਹੀਂ ਲੱਗਦਾ ਸੀ ਕਿ ਉਹ ਪਾਗਲ ਸੀ। ਉਸ ਦੀ ਖੂਬਸੂਰਤੀ ਦੇਖ ਕੇ ਕੋਈ ਵੀ ਹੋਸ਼ ਭੁਲਾ ਸਕਦਾ ਸੀ। 10 ਸਾਲ ਪਹਿਲਾਂ ਜਦੋਂ ਮੈਂ ਉਸ ਨੂੰ ਦੇਖਿਆ ਸੀ ਉਦੋਂ ਵੀ ਉਹ ਖੂਬਸੂਰਤ ਸੀ, ਪਰ ਹੁਣ ਉਹ ਹੋਰ ਵੀ ਖੂਬਸੂਰਤ ਹੋ ਗਈ ਸੀ। ਉਹ ਡਰੀ ਹੋਈ ਮੇਰੇ ਵੱਲ ਦੇਖ ਰਹੀ ਸੀ। ਡਾਕਟਰ ਨੇ ਕਿਹਾ ਕਿ ਇਹ ਤੁਹਾਡਾ ਭਰਾ ਹੈ, ਉਹ ਤੁਹਾਨੂੰ ਲੈਣ ਆਇਆ ਹੈ, ਤੁਸੀਂ ਹੁਣ ਉਹਨਾਂ ਦੇ ਘਰ ਰਹੋਗੇ। ਪਤਾ ਨਹੀਂ ਕਿਉਂ ਇਹ ਸੁਣ ਕੇ ਉਹ ਡਰ ਗਈ। ਉਸਨੇ ਕਿਹਾ ਕਿ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ, ਮੈਂ ਸਿਰਫ ਆਪਣੇ ਪਿਤਾ ਨਾਲ ਹੀ ਜਾਵਾਂਗੀ, ਮੈਨੂੰ ਮੇਰੇ ਪਿਤਾ ਕੋਲ ਲੈ ਜਾਓ। ਮੈਂ ਪਾਪਾ ਤੋਂ ਇਲਾਵਾ ਕਿਸੇ ਕੋਲ ਨਹੀਂ ਜਾਵਾਂਗੀ। ਹਰ ਕੋਈ ਮੈਨੂੰ ਮਾਰਦਾ ਹੈ, ਮੈਂ ਕਿਹੜਾ ਉਸ ਨੂੰ ਘਰ ਲਿਜਾ ਕੇ ਖੁਸ਼ ਸੀ। ਉਸ ਨੂੰ ਮਾਨਸਿਕ ਹਾਲਤ ਤੇ ਘਰ ਲਿਜਾਣਾ ਮੇਰੀ ਮਜਬੂਰੀ ਸੀ। ਮੈਂ ਖੜਾ ਹੋ ਕੇ ਇਸ ਸੁਨੈਣਾ ਦੇ ਸਾਹਮਣੇ ਆ ਗਿਆ। ਮੈਂ ਕਿਹਾ, ਸੁਨੈਣਾ, ਮੈਂ ਤੇਰਾ ਆਫਿਸ ਭਰਾ, ਧਿਆਨ ਨਾਲ ਦੇਖ ਕਿ ਮੈਨੂੰ ਪਛਾਣ। ਮੈਂ ਤੈਨੂੰ ਪਾਪਾ ਕੋਲ ਲੈ ਕੇ ਜਾਵਾਂਗਾ, ਪਰ ਫਿਲਹਾਲ ਤੈਨੂੰ ਮੇਰੇ ਘਰ ਮੇਰੇ ਕੋਲ ਰਹਿਣਾ ਪਵੇਗਾ। ਪਾਪਾ ਕਿਤੇ ਬਾਹਰ ਚਲੇ ਗਏ ਸਨ, ਜਦੋਂ ਉਹ ਆਉਣਗੇ ਤਾਂ ਮੈਂ ਤੈਨੂੰ ਪਾਪਾ ਕੋਲ ਵੀ ਲੈ ਜਾਵਾਂਗਾ। ਜਦੋਂ ਮੈਂ ਉਸ ਨੂੰ ਯਾਦ ਕਰਵਾਇਆ ਤਾਂ ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗੀ, ਤਾਂ ਸ਼ਾਇਦ ਉਸ ਨੂੰ ਯਾਦ ਆ ਗਿਆ ਸੀ। ਉਹ ਪੂਰੀ ਤਰ੍ਹਾਂ ਖੁਸ਼ ਸੀ। ਅਸੀਸ ਭਰਾ? ਮੈਂ ਕਿਹਾ, ਹਾਂ, ਤੇਰਾ ਪ੍ਰਵਾਸੀ ਭਰਾ। ਫਿਰ ਮੈਂ ਆਪਣੀ ਜੇਬ ਵਿੱਚੋਂ ਚਾਕਲੇਟ ਕੱਢੀ, ਜਿਸ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। ਮੈਂ ਕਿਹਾ, ਸੁਨੈਣਾ, ਮੇਰੇ ਨਾਲ ਆਓ, ਮੇਰੇ ਕੋਲ ਅਜਿਹੀਆਂ ਬਹੁਤ ਸਾਰੀਆਂ ਚਾਕਲੇਟ ਹਨ ਜੋ ਉਹ ਸਾਰੀਆਂ ਤੈਨੂੰ ਦੇਵਾਂਗਾ। ਮੇਰੀ ਗੱਲ ਸੁਣ ਕੇ ਉਹ ਚਾਕਲੇਟ ਮੇਰੇ ਹੱਥੋਂ ਲੈ ਕੇ ਮੇਰੇ ਨਾਲ ਜਾਣ ਲਈ ਤਿਆਰ ਹੋ ਗਈ। ਮੈਂ ਉਸ ਨੂੰ ਪਹਿਲਾਂ ਬਾਜ਼ਾਰ 'ਚ ਲੈ ਗਿਆ, ਉਸ ਦੇ ਬਹੁਤ ਸਾਰੇ ਚੰਗੇ ਕੱਪੜੇ ਖਰੀਦੇ, ਪਰ ਜਿਵੇਂ ਹੀ ਮੈਂ ਵਾਪਸ ਜਾਣ ਲੱਗਾ ਤਾਂ ਸੁਨੈਣਾ ਦੀ ਨਜ਼ਰ ਖਿਡੌਣਿਆਂ ਦੀ ਦੁਕਾਨ 'ਤੇ ਪਈ। ਉਸ ਨੇ ਕਿਹਾ, ਆਸੀਸ ਭਾਈ, ਮੈਂ ਖਿਡੌਣੇ ਖਰੀਦਣੇ ਹਨ। ਉਹ ਮੈਨੂੰ ਆਸਿਫ ਕਹਿਣ ਦੀ ਬਜਾਏ ਅਸੀਸ ਭਾਈ ਕਹਿ ਕੇ ਬੁਲਾਉਂਦੀ ਸੀ। ਮੈਂ ਉਸ ਨੂੰ ਦੁਕਾਨ 'ਤੇ ਲੈ ਗਿਆ। ਮੈਂ ਸੋਚਿਆ ਕਿ ਉਹ ਇੱਕ ਗੁੱਡੀ ਖਰੀਦ ਲਵੇਗੀ, ਪਰ ਉਸਨੇ ਕਈ ਤਰ੍ਹਾਂ ਦੇ ਖਿਡੌਣੇ ਚੁੱਕਣੇ ਸ਼ੁਰੂ ਕਰ ਦਿੱਤੇ। ਫਿਲਹਾਲ ਮੇਰੀ ਜੇਬ ਵਿੱਚ ਇੰਨੇ ਪੈਸੇ ਨਹੀਂ ਸਨ ਕਿ ਮੈਂ ਸੁਨੈਣਾ ਨੂੰ ਬੜੇ ਪਿਆਰ ਨਾਲ ਕਿਹਾ, ਹੁਣ ਤੂੰ ਇੱਕ ਗੁੱਡੀ ਲੈ ਲਾ, ਮੈਂ ਕੱਲ੍ਹ ਨੂੰ ਤੈਨੂੰ ਕਈ ਖਿਡੌਣੇ ਲੈ ਕੇ ਦੇਵਾਂਗਾ। ਪਰ ਉਹ ਜਿੱਦ ਕਰਨ ਲੱਗੀ ਤੇ ਫਿਰ ਮੈਨੂੰ ਉਸ ਸੁਨੈਣਾ 'ਤੇ ਗੁੱਸਾ ਆਉਣ ਲੱਗਾ। ਮੈਂ ਉਸ ਤੋਂ ਸਾਰੇ ਖਿਡੌਣੇ ਖੋਹ ਕੇ ਵਾਪਸ ਰੱਖ ਦਿੱਤੇ। ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਘਰ ਲੈ ਆਇਆ। ਉਹ ਬੱਚਿਆਂ ਵਾਂਗ ਜਿੱਦ ਕਰ ਰਹੀ ਸੀ ਤੇ ਉੱਚੀ ਉੱਚੀ ਰੋ ਰਹੀ ਸੀ। 1 ਘੰਟੇ ਵਿੱਚ ਹੀ ਮੈਂ ਉਸ ਪਾਗਲ ਕੁੜੀ ਦੀਆਂ ਹਰਕਤਾਂ ਦੇਖ ਕੇ ਅੱਕ ਗਿਆ ਸੀ। ਹੁਣ ਮੈਨੂੰ ਮੇਰੇ ਮਰੇ ਹੋਏ ਬਾਪ 'ਤੇ ਵੀ ਗੁੱਸਾ ਆਉਣ ਲੱਗਿਆ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਿਤਾ ਨੇ ਮੈਨੂੰ ਕਿਹੜੀ ਮੁਸੀਬਤ 'ਚ ਪਾ ਦਿੱਤਾ ਸੀ। ਮੈਂ ਉਹਨਾਂ ਦੀ ਦੂਜੀ ਪਤਨੀ ਦੀ ਪਾਗਲ ਧੀ ਨੂੰ ਪਾਲ ਰਿਹਾ ਸੀ ਅਤੇ ਮੈਂ ਇਸ ਨੂੰ ਬਰਦਾਸ਼ਤ ਕਰਨ ਲਈ ਮਜਬੂਰ ਸੀ। ਸੁਨੈਣਾ ਮੇਰੀ ਮਤਰੇਈ ਮਾਂ ਦੀ ਧੀ ਸੀ। ਮੈਂ 10 ਸਾਲਾਂ ਦਾ ਸੀ ਜਦੋਂ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ। ਮੇਰੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ ਜਦੋਂ ਮੇਰੀ ਮਤਰੇਈ ਮਾਂ ਇੱਕ ਦੁਲਹਨ ਦੇ ਰੂਪ ਵਿੱਚ ਘਰ ਆਈ ਸੀ। ਉਹ ਆਪਣੇ ਨਾਲ ਇੱਕ 3 ਸਾਲ ਦੀ ਬੱਚੀ ਨੂੰ ਵੀ ਲੈ ਕੇ ਆਈ ਸੀ ਜੋ ਇੱਕ ਜਾਪਾਨੀ ਗੁੱਡੀ ਵਰਗੀ ਦਿਖਾਈ ਦਿੰਦੀ ਸੀ, ਪਰ ਉਹ ਥੋੜੀ ਪਾਗਲ ਸੀ। ਮੇਰੇ ਪਿਤਾ ਨੇ ਮੈਨੂੰ ਕਿਹਾ ਸੀ ਕਿ ਸੁਨੈਣਾ ਤੇਰੀ ਭੈਣ ਹੈ, ਅੱਜ ਤੋਂ ਉਸ ਨੂੰ ਆਪਣੀ ਭੈਣ ਸਮਝੀ, ਪਰ ਮੈਂ ਗੁੱਸੇ ਵਿੱਚ ਕਿਹਾ ਕਿ ਇਹ ਕੁੜੀ ਮੇਰੀ ਭੈਣ ਨਹੀਂ, ਮੈਂ ਇਹ ਕਦੇ ਸਵੀਕਾਰ ਨਹੀਂ ਕਰ ਸਕਦਾ। ਮੈਨੂੰ ਮੇਰੀ ਆਪਣੀ ਮਤਰੇਈ ਮਾਂ ਜਾਂ ਮਤਰੇਈ ਭੈਣ ਕਦੇ ਵੀ ਪਸੰਦ ਨਹੀਂ ਸੀ। ਮੈਂ ਦੋਵਾਂ ਦਾ ਨਾਲ ਬਿਲਕੁਲ ਵੀ ਗੱਲ ਨਾ ਕੀਤੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਂ ਜਾ ਕੇ ਕਮਰੇ 'ਚ ਚਲਾ ਜਾਂਦਾ ਜਾਂ ਆਪਣੇ ਦੋਸਤਾਂ ਨਾਲ ਬਾਹਰ ਚਲਾ ਜਾਂਦਾ। ਸਕੂਲੋਂ ਵਾਪਸ ਆਉਣ ਤੋਂ ਬਾਅਦ ਇਹ ਮੇਰਾ ਰੁਟੀਨ ਸੀ। ਮੈਂ ਹਮੇਸ਼ਾ ਮਾਂ ਅਤੇ ਧੀ ਦੋਹਾਂ ਨੂੰ ਨਜ਼ਰਅੰਦਾਜ਼ ਕੀਤਾ। ਮੈਨੂੰ ਸਨੇਹਾ ਨਾਮ ਦੀ ਲੜਕੀ ਪ੍ਰਤੀ ਨਫ਼ਰਤ ਮਹਿਸੂਸ ਹੋਣ ਲੱਗੀ ਕਿਉਂਕਿ ਮੇਰੇ ਅਸਲ ਪਿਤਾ ਉਸ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦੇ ਸਨ। ਉਹ ਉਸ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਰੱਖਦੇ ਜਿਵੇਂ ਉਹ ਉਹਨਾਂ ਦੀ ਅਸਲੀ ਧੀ ਹੋਵੇ ਅਤੇ ਮੈਂ ਉਹਨਾਂ ਦਾ ਮਤਰੇਆ ਬੱਚਾ ਹੋਵਾਂ। ਇਹ ਸਭ ਦੇਖ ਕੇ ਮੇਰਾ ਖੂਨ ਉਬਲਣ ਲੱਗ ਜਾਂਦਾ। ਪਤਾ ਨਹੀਂ ਕਿਉਂ ਮੈਂ ਆਪਣੇ ਪਿਤਾ ਨੂੰ ਉਸ ਪਾਗਲ ਕੁੜੀ ਨਾਲ ਪਿਆਰ ਕਰਦਿਆਂ ਦੇਖ ਕੇ ਖਿਝ ਜਾਂਦਾ। ਇੱਕ ਵਾਰ ਜਦੋਂ ਮੈਂ ਛੋਟਾ ਸੀ ਤਾਂ ਮੈਂ ਆਪਣੇ ਖਿਡੌਣਿਆਂ ਨਾਲ ਖੇਡ ਰਿਹਾ ਸੀ। ਜਦੋਂ ਉਹ ਮੇਰਾ ਖਿਡੌਣਾ ਲੈਣ ਲਈ ਜਿੱਦ ਕਰਨ ਲੱਗੀ, ਮੈਂ ਉਸ ਨੂੰ ਕਿਹਾ ਕਿ ਸਾਵਧਾਨ ਰਹਿ, ਜੇ ਤੂੰ ਮੇਰੇ ਖਿਡੌਣੇ ਨੂੰ ਹੱਥ ਵੀ ਲਾਇਆ ਤਾਂ। ਪਰ ਉਹ ਉੱਚੀ ਉੱਚੀ ਰੋਣ ਲੱਗ ਪਈ ਤੇ ਜਿੱਦ ਕਰਨ ਲੱਗੀ।
मैं उसके मूँह ते जोरदार थप्पड़ मारिया। मेरा थप्पड़ इन्ना जोरदार सी कि वो दूर जाके डिग्गी। उसे पल मेरे पिता जी घर विच दाखल होए। ये देख के मेरी मतरेई माँ भी मेरे नाल गुस्से नाल देखण लगी ਅਤੇ ਮੇਰੇ ਪਿਤਾ ਨੇ ਮੈਨੂੰ ਬਹੁਤ ਕੁੱਟਿਆ। ਉਹਨਾਂ ਨੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਇਸ ਮਾਸੂਮ ਬੱਚੀ ਤੇ ਹੱਥ ਚੁੱਕਣ ਦੀ। ਉਸ ਤੋਂ ਬਾਅਦ ਹੀ ਮੈਂ ਸੁਨੈਣਾ ਨਾਲ ਨਫ਼ਰਤ ਕਰਨ ਲੱਗਾ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਸ ਪਾਗਲ ਲਈ ਮੇਰੀ ਨਫ਼ਰਤ ਵੀ ਵੱਧਦੀ ਗਈ। ਫਿਰ 17 ਸਾਲ ਦੀ ਉਮਰ ਵਿੱਚ ਮੈਂ ਆਪਣੀ ਪੜ੍ਹਾਈ ਨੂੰ ਅਲਵਿਦਾ ਕਹਿ ਦਿੱਤਾ ਤੇ ਆਪਣੇ ਪਿਤਾ ਨੂੰ ਜ਼ਿੱਦ ਕੀਤੀ ਕਿ ਮੈਂ ਲੰਡਨ ਜਾਣਾ ਚਾਹੁੰਦਾ। ਮੇਰਾ ਇੱਕ ਦੋਸਤ ਆਪਣੇ ਪਿਤਾ ਨਾਲ ਉੱਥੇ ਜਾ ਰਿਹਾ ਸੀ, ਇਸ ਲਈ ਮੈਂ ਵੀ ਉਸ ਨਾਲ ਚਲਾ ਗਿਆ। ਮੇਰੇ ਕੋਲ ਕੋਈ ਡਿਗਰੀ ਨਹੀਂ ਸੀ, ਇਸ ਲਈ ਮੈਂ ਪੈਟਰੋਲ ਪੰਪ ਦੀ ਨੌਕਰੀ ਕਰ ਲਈ। 10 ਸਾਲ ਬਾਅਦ ਵੀ ਮੇਰੇ ਪਿਤਾ ਨੇ ਆਪਣੇ ਪੁੱਤਰ ਦੀ ਬਜਾਏ ਆਪਣੀ ਮਤਰੇਈ ਧੀ ਨੂੰ ਸਭ ਕੁਝ ਦੇ ਦਿੱਤਾ। ਉਹ ਅਜੇ ਵੀ ਜਿੱਦ ਕਰ ਰਹੀ ਸੀ, ਇਸ ਲਈ ਮੈਨੂੰ ਉਸ 'ਤੇ ਗੁੱਸਾ ਆਇਆ ਤੇ ਮੈਂ ਖਿੱਝ ਕੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਥੱਪੜ ਮੇਰੇ ਲਈ ਇੰਨੀ ਵੱਡੀ ਮੁਸੀਬਤ ਬਣ ਜਾਵੇਗਾ। ਉਹ ਉੱਚੀ ਉੱਚੀ ਰੋਣ ਲੱਗੀ। ਘਰ ਆ ਕੇ ਉਸ ਦਾ ਰੋਣਾ ਘੱਟ ਨਹੀਂ ਹੋ ਰਿਹਾ ਸੀ। ਸ਼ਾਮ ਹੋ ਗਈ। ਵਕੀਲ ਕਿਸੇ ਵੇਲੇ ਵੀ ਘਰ ਪਹੁੰਚ ਸਕਦਾ ਸੀ। ਹੁਣ ਮੈਨੂੰ ਗੁੱਸਾ ਆਇਆ, ਮੈਂ ਇਹ ਕੀ ਕੀਤਾ? ਮੈਂ ਇਸ ਮੁਸੀਬਤ ਨੂੰ ਥੱਪੜ ਕਿਉਂ ਮਾਰਿਆ? ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ ਤੇ ਫਿਰ ਸੁਨੈਣਾ ਕੋਲ ਆ ਗਿਆ। ਮੈਂ ਉਹ ਸੁਨੈਣਾ ਨੂੰ ਕਿਹਾ ਕਿ ਦੇਖ ਸੁਨੈਣਾ, ਮੈਂ ਕੱਲ੍ਹ ਤੇਰੇ ਲਈ ਬਹੁਤ ਸਾਰੇ ਖਿਡਾਣੇ ਲੈ ਕੇ ਆਵਾਂਗਾ, ਹੁਣ ਚੁੱਪ ਕਰ ਜਾ। ਪਰ ਉਹ ਇੱਕ ਨਿੱਕੇ ਬੱਚੇ ਵਾਂਗ ਜਿੱਦ ਕਰ ਰਹੀ ਸੀ। ਕਹਿ ਰਹੀ ਸੀ ਆਸ਼ੀਸ਼ ਭਰਾ ਗੰਦੇ ਨੇ ਅੱਜ ਮੈਨੂੰ ਥੱਪੜ ਮਾਰਿਆ। ਤੇ ਉਹ ਰੋਣ ਲੱਗ ਪਈ। ਕਹਿਣ ਲੱਗੀ ਮੈਂ ਪਿਤਾ ਜੀ ਨੂੰ ਦੱਸਾਂਗੀ, ਘਰ ਆਉਣ ਦਿਓ। ਉਸ ਪਾਗਲ ਨੂੰ ਪਤਾ ਵੀ ਨਹੀਂ ਸੀ ਕਿ ਪਿਤਾ ਜੀ ਮਰ ਗਏ ਹਨ। ਬੜੀ ਮੁਸ਼ਕਲ ਨਾਲ ਮੈਂ ਉਸ ਨੂੰ ਚੁੱਪ ਕਰਵਾਇਆ। 2-3 ਚਾਕਲੇਟ ਖਾ ਕੇ ਉਹ ਚੁੱਪ ਹੋ ਗਈ। ਫਿਰ ਮੇਰੇ ਕਹਿਣ 'ਤੇ ਉਸਨੇ ਆਪਣੇ ਮੂੰਹ ਅਤੇ ਹੱਥ ਧੋਤਾ, ਆਪਣੇ ਕੱਪੜੇ ਬਦਲ ਲਏ। ਜਦੋਂ ਉਹ ਚੁੱਪ ਹੁੰਦੀ ਤਾਂ ਉਹ ਬਹੁਤ ਸੋਹਣੀ ਲੱਗਦੀ ਸੀ। ਉਸ ਨੂੰ ਦੇਖ ਕੇ ਕੋਈ ਉਸ ਨੂੰ ਪਾਗਲ ਨਹੀਂ ਕਹਿ ਸਕਦਾ ਸੀ, ਪਰ ਉਹ ਪਾਗਲ ਸੀ। ਵਕੀਲ ਜਦੋਂ ਘਰ ਪਹੁੰਚਿਆ ਤਾਂ ਉਸਨੇ ਸੁਨੈਣਾ ਨੂੰ ਪੁੱਛਿਆ, ਆਸਿਫ ਦਾ ਤੇਰੇ ਪ੍ਰਤੀ ਰਵੱਈਆ ਕਿਹੋ ਜਿਹਾ ਹੈ? ਇਹ ਸੁਣ ਕੇ ਸੁਨੈਣਾ ਨੇ ਮੇਰੇ ਵੱਲ ਘੂਰ ਕੇ ਦੇਖਿਆ। ਮੈਂ ਡਰ ਗਿਆ ਕਿ ਕਿਤੇ ਉਹ ਵਕੀਲ ਨੂੰ ਨਾ ਦੱਸ ਦੇਵੇ ਕਿ ਮੈਂ ਉਸ ਨੂੰ ਥੱਪੜ ਮਾਰਿਆ ਹੈ। ਉਹ ਕਹਿਣ ਲੱਗੀ ਕਿ ਅਸੀਸ ਵੀਰ ਗੰਦਾ ਹੈ। ਇਹ ਸੁਣ ਕੇ ਮੈਂ ਡਰ ਗਿਆ। ਫਿਰ ਉਸਨੇ ਕਿਹਾ ਅਸੀਸ ਭਰਾ ਮੈਨੂੰ ਖਿਡੌਣੇ ਨਹੀਂ ਲਿਆ ਕੇ ਦੇ ਰਿਹਾ ਸੀ। ਵਕੀਲ ਨੇ ਕਿਹਾ ਜੇਕਰ ਮੈਂ ਤੇਰੇ ਭਰਾ ਨੂੰ ਪੈਸੇ ਦੇ ਦੇਵਾਂ ਤਾਂ ਉਹ ਤੈਨੂੰ ਬਹੁਤ ਸਾਰੇ ਖਿਡੌਣੇ ਖਰੀਦ ਦੇਣਗੇ। ਇਹ ਕਹਿ ਕੇ ਵਕੀਲ ਨੇ ਮੈਨੂੰ ਚੈੱਕ ਦੇ ਦਿੱਤਾ। ਉਸਨੇ ਦੱਸਿਆ ਕਿ ਤੇਰੇ ਪਿਤਾ ਨੇ ਸੁਨੈਣਾ ਦੇ ਇਲਾਜ ਲਈ ਜੋ ਦੁਕਾਨਾਂ ਖਰੀਦੀਆਂ ਸਨ, ਉਸ ਦਾ ਅੱਧਾ ਕਿਰਾਇਆ ਉਸ ਦੇ ਇਲਾਜ ਲਈ ਖਰਚ ਕਰਦੇ ਸਨ ਤੇ ਬਾਕੀ ਅੱਧਾ ਉਸ ਦੇ ਭਵਿੱਖ ਲਈ ਬੈਂਕ 'ਚ ਜਮ੍ਹਾਂ ਕਰਵਾ ਦਿੰਦੇ ਸਨ। ਹੁਣ ਉਹ ਘਰ ਵਿੱਚ ਹੈ ਤੇ ਤੁਸੀਂ ਉਸ ਦੀ ਦੇਖਭਾਲ ਕਰੋਗੇ, ਇਸ ਲਈ ਤੁਸੀਂ ਇਸ ਨੂੰ ਰੱਖ ਲਵੋ। ਨੈਣਾ ਦੇ ਵਿਆਹ ਤੋਂ ਬਾਅਦ ਇਹ ਚੈੱਕ ਵੀ ਉਸਦੇ ਪਤੀ ਨੂੰ ਹੀ ਦਿੱਤੇ ਜਾਣਗੇ। ਇਹ ਸੁਣ ਕੇ ਮੇਰੀ ਜਾਨ ਨਿਕਲ ਗਈ। ਫਿਰ ਮੈਂ ਉਹ ਚੈੱਕ ਉਸ ਤੋਂ ਲੈ ਲਿਆ। ਇਹ 50,000 ਰੁਪਏ ਦਾ ਚੈੱਕ ਸੀ ਤੇ ਮੈਂ ਬਿਨਾਂ ਕਮਾਈ ਕੀਤੇ ਇਸ ਨਾਲ ਪੂਰਾ ਮਹੀਨਾ ਆਰਾਮ ਨਾਲ ਗੁਜ਼ਾਰ ਸਕਦਾ ਸੀ। ਅਗਲੇ ਦਿਨ ਮੈਂ ਸੁਨੈਣਾ ਨਾਲ ਬਹੁਤ ਸਾਰੇ ਖਿਡੌਣੇ ਲੈ ਕੇ ਆਇਆ। ਉਹ ਬਹੁਤ ਖੁਸ਼ ਸੀ। ਦਿਨ ਇਵੇਂ ਹੀ ਬੀਤ ਰਹੇ ਸਨ। ਮੈਂ ਆਪਣੇ ਦਿਮਾਗ ਵਿੱਚ ਸੋਚ ਰਿਹਾ ਸੀ ਕਿ ਸੁਨੈਣਾ ਨਾਮ ਦੀ ਮੁਸੀਬਤ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ। ਮੈਂ ਚਾਹੁੰਦਾ ਸੀ ਕਿ ਸੁਨੈਣਾ ਤੋਂ ਮੈਨੂੰ ਛੁਟਕਾਰਾ ਵੀ ਮਿਲ ਜਾਵੇ ਤੇ ਸਾਰੀ ਜਾਇਦਾਦ ਵੀ। ਫਿਰ ਮੈਂ ਆਪਣੇ ਇੱਕ ਬਹੁਤ ਹੀ ਭਰੋਸੇਮੰਦ ਦੋਸਤ ਨਾਲ ਗੱਲ ਕੀਤੀ। ਮੈਨੂੰ ਕੋਈ ਬੇਵਕੂਫ ਲੜਕਾ ਚਾਹੀਦਾ ਹੈ ਜਿਸ ਨਾਲ ਮੈਂ ਆਪਣੀ ਭੈਣ ਦਾ ਵਿਆਹ ਕਰਵਾ ਕੇ ਸਾਰੀ ਜਾਇਦਾਦ ਵਾਪਸ ਆਪਣੇ ਨਾਮ ਕਰਵਾ ਸਕਾਂ। ਮੇਰੀ ਗੱਲ ਸੁਣ ਕੇ ਮੇਰੇ ਦੋਸਤ ਨੇ ਕਿਹਾ ਕਿ ਅਜਿਹਾ ਲੜਕਾ ਲੱਭਣਾ ਬਹੁਤ ਔਖਾ। ਜੇਕਰ ਤੁਸੀਂ ਗਰੀਬ ਲੜਕੇ ਨੂੰ ਲਾਲਚ ਦੇ ਕੇ ਸੁਨੈਣਾ ਨਾਲ ਵਿਆਹ ਕਰਵਾ ਦਿੰਦੇ ਹੋ ਤਾਂ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਉਹ ਕਰੋੜਾਂ ਰੁਪਏ ਦਾ ਮਾਲਕ ਹੈ ਤਾਂ ਉਹ ਤੈਨੂੰ ਘਰ ਤੋਂ ਕੱਢ ਦੇਵੇਗਾ। ਮੇਰਾ ਦੋਸਤ ਵੀ ਠੀਕ ਸੀ। ਫਿਰ ਮੇਰਾ ਦੋਸਤ ਕਹਿਣ ਲੱਗਾ ਕਿ ਮੇਰੇ ਕੋਲ ਇੱਕ ਆਈਡੀਆ ਹੈ, ਜੇ ਤੂੰ ਮੇਰੀ ਗੱਲ ਮੰਨ ਲਈ ਤਾਂ ਸਾਰੀ ਜਾਇਦਾਦ ਤੇ ਤੇਰੇ ਨਾਮ ਹੋ ਜਾਵੇਗੀ। ਤੈਨੂੰ ਆਪਣੇ ਹੱਥ ਪੈਰ ਮਾਰਨ ਦੀ ਕੋਈ ਜ਼ਰੂਰਤ ਨਹੀਂ, ਸਾਰੀ ਜਾਇਦਾਦ ਤੁਰੰਤ ਤੇਰੇ ਨਾਮ ਤੇ ਹੋ ਜਾਵੇਗੀ। ਮੈਂ ਕਿਹਾ ਠੀਕ ਆ, ਅਜਿਹਾ ਕਿਹੋ ਜਿਹਾ ਆਈਡੀਆ ਹੈ? ਫਿਰ ਜੋ ਵੀ ਮੇਰੇ ਦੋਸਤ ਨੇ ਮੈਨੂੰ ਕਿਹਾ ਉਸ ਨੂੰ ਸੁਣ ਕੇ ਮੈਨੂੰ ਗੁੱਸਾ ਆਉਣ ਲੱਗਾ। ਗੁੱਸੇ ਵਿੱਚ ਮੈਂ ਉਸ ਦਾ ਕਾਲਰ ਫੜ ਲਿਆ। ਮੈਂ ਕਿਹਾ ਤੂੰ ਅਜਿਹਾ ਸੋਚ ਵੀ ਕਿਵੇਂ ਸਕਦਾ? ਉਹ ਮੇਰੀ ਭੈਣ ਲੱਗਦੀ ਆ ਤੇ ਮੈਂ ਇੰਨਾ ਬੇਸ਼ਰਮ ਨਹੀਂ। ਉਸਨੇ ਆਪਣਾ ਕਾਲਰ ਮੇਰੇ ਹੱਥੋਂ ਛੁਡਾ ਲਿਆ ਤੇ ਕਿਹਾ ਕਿ ਤੇਰੀ ਅਸਲੀ ਭੈਣ ਨਹੀਂ ਆ ਉਹ, ਉਸ ਦਾ ਪਿਤਾ ਕੋਈ ਹੋਰ ਸੀ ਤੇ ਉਸ ਦੀ ਮਾਂ ਵੀ ਕੋਈ ਹੋਰ। ਤੇਰੇ ਮਾਤਾ ਪਿਤਾ ਵੀ ਵੱਖਰੇ ਸਨ, ਇਸ ਲਈ ਤੁਹਾਡੇ ਵਿਚਕਾਰ ਖੂਨ ਦਾ ਕੋਈ ਰਿਸ਼ਤਾ ਨਹੀਂ ਆ। ਤੂੰ ਵਿਆਹ ਕਰਵਾ ਸਕਦਾ ਅਤੇ ਇਹੀ ਤਰੀਕਾ ਹੈ ਕਿ ਤੂੰ ਸਾਰੀ ਜਾਇਦਾਦ ਦਾ ਮਾਲਕ ਬਣ ਸਕਦਾ। ਇਹ ਸੁਣ ਕੇ ਮੈਂ ਚੁੱਪ ਹੋ ਗਿਆ। ਮੇਰਾ ਦੋਸਤ ਉੱਥੋਂ ਚਲਾ ਗਿਆ ਤੇ ਮੈਂ ਸੋਚਾਂ ਵਿੱਚ ਗਵਾਚ ਗਿਆ। ਪਰ ਜਦੋਂ ਵੀ ਮੈਂ ਸੁਨੈਣਾ ਨਾਲ ਵਿਆਹ ਕਰਨ ਬਾਰੇ ਸੋਚਦਾ ਤਾਂ ਮੈਂ ਸੋਚਣ ਲੱਗਦਾ ਕਿ ਮੈਂ ਉਸ ਨਾਲ ਵਿਆਹ ਕਿਵੇਂ ਕਰ ਸਕਦਾ ਹਾਂ। ਇਹ ਸੰਭਵ ਨਹੀਂ ਸੀ, ਪਰ ਇਹ ਸਹੀ ਵੀ ਸੀ। ਮੈਂ ਸੁਨੈਣਾ ਦਾ ਵਿਆਹ ਇਸ ਤਰ੍ਹਾਂ ਕਿਸੇ ਹੋਰ ਨਾਲ ਕਰਵਾ ਦਿੰਦਾ ਤਾਂ ਉਸਨੇ
ਕਰੋੜਾਂ ਦੀ ਜਾਇਦਾਦ ਦੇਖ ਕੇ ਮੈਨੂੰ ਮੇਰੇ ਆਪਣੇ ਘਰ ਵਿੱਚੋਂ, ਮੇਰੇ ਆਪਣੇ ਪਿਤਾ ਦੀ ਜਾਇਦਾਦ ਵਿੱਚੋਂ ਕੱਢ ਦੇਣਾ ਸੀ। ਮੈਂ ਮਹਿਸੂਸ ਕੀਤਾ ਕਿ ਫਿਲਹਾਲ ਇਹ ਸਭ ਕੁਝ ਕਰਨ ਵਿੱਚ ਕੋਈ ਨੁਕਸਾਨ ਨਹੀਂ ਆ। ਮੈਂ ਦੂਜੇ ਦਿਨ ਆਪਣੇ ਦੋਸਤ ਨੂੰ ਕਿਹਾ ਕਿ ਤੂੰ ਠੀਕ ਆ। ਮੈਂ ਵਕੀਲ ਨਾਲ ਵੀ ਗੱਲ ਕੀਤੀ। ਮੇਰੇ ਅਤੇ ਇਸ ਸੁਨੈਣਾ ਦੇ ਰਿਸ਼ਤੇ ਬਾਰੇ ਵਕੀਲ ਨੂੰ ਵੀ ਪਤਾ ਸੀ, ਇਸ ਲਈ ਉਹ ਬੋਲਿਆ, ਠੀਕ ਆ, ਪਰ ਤੈਨੂੰ ਵਸੀਅਤ ਯਾਦ ਆ, ਠੀਕ ਆ ਨਾ? ਤੂੰ ਦੁਬਾਰਾ ਵਿਆਹ ਨਹੀਂ ਕਰ ਸਕਦਾ ਤੇ ਨਾ ਹੀ ਸੁਨੈਣਾ ਨੂੰ ਛੱਡ ਸਕਦਾ, ਯਾਦ ਰੱਖ। ਇਸ ਸੂਰਤ ਵਿੱਚ ਸਭ ਕੁਝ ਇੱਥੋਂ ਖੋਹ ਲਿਆ ਜਾਵੇਗਾ। ਇਹ ਉਹ ਕੰਡਾ ਸੀ ਜੋ ਮੇਰੇ ਹਲਕ ਵਿੱਚੋਂ ਫਸ ਗਿਆ ਸੀ ਤੇ ਮੈਂ ਭੁੱਲ ਗਿਆ ਸੀ ਕਿ ਮੇਰੇ ਪਿਤਾ ਨੇ ਮੇਰੇ ਲਈ ਕਿਹੜੀਆਂ ਰੁਕਾਵਟਾਂ ਤਿਆਰ ਕੀਤੀਆਂ ਸਨ। ਪਰ ਫਿਲਹਾਲ ਮੈਨੂੰ ਸੁਨੈਣਾ ਨਾਲ ਵਿਆਹ ਕਰਨਾ ਪਿਆ ਤਾਂ ਜੋ ਮੈਂ ਚੰਗੀ ਰਕਮ ਪ੍ਰਾਪਤ ਕਰ ਸਕਾਂ ਤੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਾਂ। ਇੱਕ ਵਾਰ ਜਦੋਂ ਮੇਰਾ ਕਾਰੋਬਾਰ ਸਮਾਪਤ ਹੋ ਗਿਆ ਤਾਂ ਕੋਈ ਸਮੱਸਿਆ ਨਹੀਂ ਹੋਣੀ ਤੇ ਮੈਂ ਇਸ ਸੁਨੈਣਾ ਨੂੰ ਛੱਡ ਦਿੱਤਾ ਹੁੰਦਾ ਤਾਂ ਵੀ ਕੋਈ ਫਰਕ ਪੈਣਾ ਸੀ। ਮੈਂ ਸੁਨੈਣਾ ਨਾਲ ਵਿਆਹ ਕੀਤਾ। ਉਸ ਪਾਗਲ ਨੂੰ ਵਿਆਹ ਬਾਰੇ ਵੀ ਕੁਝ ਪਤਾ ਨਹੀਂ ਸੀ। ਉਹ ਆਪਣੇ ਖਿਡੌਣਿਆਂ ਵਿੱਚ ਹੀ ਮਸਤ ਰਹਿੰਦੀ ਸੀ। ਵਿਆਹ ਤੋਂ ਬਾਅਦ ਮੈਂ ਵਕੀਲ ਤੋਂ ਚੰਗੀ ਰਕਮ ਦੀ ਮੰਗ ਕੀਤੀ ਜੋ ਮੈਨੂੰ ਮਿਲ ਗਈ ਤੇ ਫਿਰ ਉਸ ਪੈਸੇ ਨਾਲ ਮੈਂ ਆਪਣੀ ਛੋਟੀ ਕੱਪੜੇ ਦੀ ਫੈਕਟਰੀ ਸ਼ੁਰੂ ਕਰ ਲਈ ਤੇ ਕੰਮ ਕਰਨ ਲੱਗ ਪਿਆ। ਪਰ ਅਸਲ ਸਮੱਸਿਆ ਸੁਨੈਣਾ ਦੀ ਸੀ। ਕੋਈ ਨੌਕਰਾਣੀ ਦਿਨ ਰਾਤ ਮੇਰੇ ਘਰ ਰਹਿਣ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਉਹ ਇੱਕ ਪਾਗਲ ਕੁੜੀ ਹੈ ਤੇ ਉਸ ਨੂੰ ਅਚਾਨਕ ਗੁੱਸਾ ਆ ਜਾਂਦਾ ਅਤੇ ਜੋ ਵੀ ਉਸ ਦੇ ਹੱਥ ਵਿੱਚ ਆਉਂਦਾ ਉਹ ਉਸ ਨੂੰ ਚੁੱਕ ਕੇ ਮਾਰ ਦਿੰਦੀ ਆ। ਇਹ ਮੇਰੀ ਜਾਨ ਲੈ ਸਕਦੀ ਆ। ਦਿਨ ਵੇਲੇ ਮੈਂ ਨੌਕਰਾਣੀ ਤੋਂ ਘਰ ਦਾ ਕੰਮ ਕਰਵਾ ਲੈਂਦਾ, ਖਾਣਾ ਬਣਾਉਂਦਾ ਤੇ ਉਸ ਦੇ ਜਾਣ ਤੋਂ ਬਾਅਦ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਚਲਾ ਜਾਂਦਾ। ਮੇਰੇ ਲਈ ਇਹ ਮਾਇਨੇ ਨਹੀਂ ਰੱਖਦਾ ਸੀ ਕਿ ਸੁਨੈਣਾ ਅੰਦਰ ਘਰ ਵਿੱਚ ਇਕੱਲੀ ਰਹੇਗੀ। ਮੈਨੂੰ ਇਹ ਵੀ ਪਤਾ ਸੀ ਕਿ ਉਹ ਪਾਗਲ ਸੀ ਤੇ ਆਪਣੇ ਆਪ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਸੀ। ਜਦੋਂ ਮੈਂ ਘਰ ਪਰਤਦਾ ਤਾਂ ਸਾਰਾ ਘਰ ਉਥਲ-ਪੁਥਲ ਹੁੰਦਾ। ਸੁਨੈਣਾ ਕੁਝ ਖਾਣਾ ਖਾ ਕੇ ਬਾਕੀ ਫਰਸ਼ ਤੇ ਖਿਲਾਰ ਦਿੰਦੀ ਤੇ ਉਹ ਖਿਡੌਣਿਆਂ ਨਾਲ ਖੇਡ ਰਹੀ ਹੁੰਦੀ। ਮੈਨੂੰ ਦੇਖ ਕੇ ਉਹ ਮੇਰੇ ਕੋਲ ਆ ਕੇ ਕਹਿੰਦੀ, ਭਰਾ ਅੱਜ ਚਾਕਲੇਟ ਲੈ ਕੇ ਆਏ ਹੋ? ਮੈਂ ਆਪਣੀ ਜੇਬ ਵਿੱਚੋਂ ਚਾਕਲੇਟ ਕੱਢ ਕੇ ਉਸ ਨੂੰ ਦਿੰਦਾ ਪਰ ਘਰ ਦੀ ਹਾਲਤ ਦੇਖ ਕੇ ਮੈਨੂੰ ਗੁੱਸਾ ਆਉਣ ਲੱਗਦਾ। ਹੁਣ ਮੈਂ ਉਸ ਨੂੰ ਝਿੜਕਣ ਵੀ ਲੱਗ ਗਿਆ ਸੀ। ਮੈਂ ਥੱਕ ਹਾਰ ਕੇ ਘਰ ਪਹੁੰਚਦਾ ਤੇ ਘਰ ਦੀ ਹਾਲਤ ਦੇਖ ਕੇ ਮੇਰਾ ਸੁਨੈਣਾ ਦਾ ਗਲਾ ਘੁੱਟਣ ਨੂੰ ਦਿਲ ਕਰਦਾ। ਇੱਕ ਵਾਰ ਤਾਂ ਹੱਦ ਹੀ ਹੋ ਗਈ। ਜਦੋਂ ਮੈਂ ਘਰ ਵਿੱਚ ਵੜਿਆ ਤਾਂ ਗੈਸ ਦੀ ਬਦਬੂ ਮੇਰੇ ਨੱਕ ਵਿੱਚ ਆ ਗਈ ਤੇ ਮੈਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਸੁਨੈਣਾ ਨੇ ਗੈਸ ਸਿਲੰਡਰ ਖੋਲ੍ਹ ਦਿੱਤਾ ਸੀ। ਮੈਂ ਝੱਟ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਖੋਲ੍ਹ ਦਿੱਤੇ ਤੇ ਇਸ ਸੁਨੈਣਾ ਨੂੰ ਰਸੋਈ ਵਿੱਚੋਂ ਕੱਢ ਕੇ ਬਾਹਰ ਸੋਫੇ ਤੇ ਬਿਠਾ ਦਿੱਤਾ ਤੇ ਉਸ ਦੀ ਗਲ ਤੇ ਜ਼ੋਰਦਾਰ ਥੱਪੜ ਮਾਰਿਆ। ਥੱਪੜ ਇੰਨਾ ਜ਼ਬਰਦਸਤ ਸੀ ਕਿ ਮੇਰੀ ਉਂਗਲੀ ਤੇ ਪਹਿਨੀ ਹੋਈ ਮੁੰਦਰੀ ਉਸ ਦੀ ਗਲ ਤੇ ਲੱਗ ਗਈ ਅਤੇ ਉਸ ਦੀ ਗਲ 'ਚੋਂ ਖੂਨ ਵਹਿਣ ਲੱਗ ਗਿਆ। ਕੁਝ ਪਲਾਂ ਲਈ ਉਹ ਕੁਝ ਨਾ ਕਹਿ ਸਕੀ ਤੇ ਫਿਰ ਕੁਝ ਦੇਰ ਬਾਅਦ ਉਹ ਰੋਣ ਲੱਗ ਪਈ। ਕਾਫੀ ਦੇਰ ਬਾਅਦ ਘਰ ਤੋਂ ਗੈਸ ਦੀ ਬਦਬੂ ਆਉਣੀ ਬੰਦ ਹੋ ਗਈ। ਫਿਰ ਵੀ ਮੈਂ ਉਸ ਨੂੰ ਸੋਫੇ ਤੋਂ ਨਹੀਂ ਹਟਾਇਆ ਤੇ ਵਾਰ-ਵਾਰ ਉਸ ਨੂੰ ਪੁੱਛਦਾ ਰਿਹਾ ਕਿ ਤੂੰ ਸਿਲੰਡਰ ਕਿਉਂ ਖੋਲ੍ਹਿਆ ਸੀ। ਉਹ ਰੋਂਦੀ ਹੋਈ ਦੱਸਣ ਲੱਗੀ, ਮੈਨੂੰ ਭੁੱਖ ਲੱਗੀ ਸੀ ਤੇ ਸਾਰਾ ਭੋਜਨ ਸੁੱਟ ਦਿੱਤਾ ਸੀ। ਮੈਂ ਖੁਦ ਖਾਣਾ ਬਣਾਉਣ ਲਈ ਰਸੋਈ ਵਿੱਚ ਗਈ ਪਰ ਮੈਨੂੰ ਗੈਸ ਨਹੀਂ ਚਲਾ ਸਕਦੀ ਸੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਸੁਨੈਣਾ ਨੂੰ ਘਰ ਵਿੱਚ ਇਕੱਲੇ ਛੱਡਣਾ ਕਿੰਨਾ ਖਤਰਨਾਕ ਹੋ ਸਕਦਾ ਹੈ, ਪਰ ਕੀ ਕਰ ਸਕਦਾ ਸੀ। ਉਸ ਦਿਨ ਤੋਂ ਬਾਅਦ ਮੈਂ ਇੱਕ ਕੰਮ ਕਰਨ ਲੱਗਾ। ਸਮੇਂ-ਸਮੇਂ ਤੇ ਮੈਂ ਘਰ ਦੇ 2-3 ਗੇੜੇ ਮਾਰ ਲੈਂਦਾ ਸੀ ਪਰ ਸੁਨੈਣਾ ਨੂੰ ਤਾਲਾ ਲਗਾ ਕੇ ਜਾਣਾ ਮੇਰੀ ਮਜਬੂਰੀ ਸੀ। ਇੱਕ ਰਾਤ ਮੈਂ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਜਦੋਂ ਮੈਂ ਬੱਦਲਾਂ ਦੀ ਉੱਚੀ ਗਰਜ ਨਾਲ ਜਾਗਿਆ। ਬਾਹਰ ਮੀਂਹ ਦੀ ਆਵਾਜ਼ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਬਹੁਤ ਜ਼ੋਰਦਾਰ ਮੀਂਹ ਪੈ ਰਿਹਾ ਸੀ। ਉਸੇ ਪਲ ਮੇਰੇ ਕਮਰੇ ਦਾ ਦਰਵਾਜ਼ਾ ਇਸ ਤਰ੍ਹਾਂ ਖੜਕਿਆ ਜਿਵੇਂ ਭੁਚਾਲ ਆ ਗਿਆ ਹੋਵੇ। ਮੈਂ ਝੱਟ ਉੱਠਿਆ ਤੇ ਦਰਵਾਜ਼ਾ ਖੋਲ੍ਹਿਆ। ਸੁਨੈਣਾ ਬਾਹਰ ਪਰੇਸ਼ਾਨ ਖੜੀ ਦੇਖ ਕੇ ਰਹੀ ਸੀ। ਉਸ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ। ਉਹ ਬੜੀ ਡਰੀ ਹੋਈ ਲੱਗ ਰਹੀ ਸੀ। ਮੈਨੂੰ ਦੇਖ ਕੇ ਹੀ ਉਹ ਮੇਰੇ ਗਲ ਨਾਲ ਲੱਗ ਗਈ। ਮੈਂ ਪੂਰੀ ਤਰ੍ਹਾਂ ਨਾਲ ਹਿੱਲ ਗਿਆ। ਜਦੋਂ ਸੁਨੈਣਾ ਨਾਲ ਮੇਰਾ ਰਿਸ਼ਤਾ ਬਦਲ ਗਿਆ ਸੀ, ਸੁਨੈਣਾ ਦੀ ਇਸ ਹਰਕਤ ਤੇ ਮੇਰਾ ਦਿਲ ਅਜੀਬ ਤਰ੍ਹਾਂ ਨਾਲ ਧੜਕਣ ਲੱਗਾ। ਦਿਲ ਦੀ ਧੜਕਣ ਵੱਧ ਗਈ। ਮੈਂ ਇੱਕ ਝਟਕੇ ਨਾਲ ਸੁਨੈਣਾ ਨੂੰ ਆਪਣੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਮੈਂ ਗੁੱਸੇ ਨਾਲ ਸੁਨੈਣਾ ਨੂੰ ਕਿਹਾ, ਸੁਨੈਣਾ ਇਹ ਕੀ ਕਰ ਰਹੀ ਆ? ਸੁਨੈਣਾ ਕਹਿਣ ਲੱਗੀ, ਆਸ਼ੀਸ਼ ਭਰਾ ਮੈਂ ਡਰਦੀ ਆ। ਮੈਂ ਕਿਹਾ, ਪਿੱਛੇ ਹਟ ਜਾਓ ਤੇ ਮੈਨੂੰ ਭਰਾ ਨਾ ਕਹੋ, ਬਸ ਮੈਨੂੰ ਆਸ਼ੀਸ਼ ਕਹੋ। ਪਰ ਸੁਨੈਣਾ ਬਹੁਤ ਡਰੀ ਹੋਈ ਸੀ। ਉਸ ਨੂੰ ਡਰਿਆ ਦੇਖ ਕੇ ਮੈਂ ਉਸ ਨੂੰ ਪੁੱਛਿਆ ਕਿ ਤੂੰ ਕਿਉਂ ਡਰੀ ਆ? ਤਾਂ ਉਹ ਅਜੇ ਵੀ ਮੇਰੇ ਗਲ ਲੱਗੀ ਹੋਈ ਸੀ। ਮੈਂ ਉਸ ਨੂੰ ਮੁਸ਼ਕਲ ਨਾਲ ਆਪਣੇ ਤੋਂ ਵੱਖ ਕੀਤਾ। ਮੀਂਹ ਤੋਂ ਡਰਦਿਆਂ ਉਹ ਬੁਰੀ ਤਰ੍ਹਾਂ ਕੰਬ ਰਹੀ ਸੀ। ਉਸ ਦੀ ਹਾਲਤ ਅਜਿਹੀ ਸੀ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਕੀ ਹੋਵੇਗਾ। ਮੈਂ ਉਸ ਨੂੰ ਆਪਣੇ ਬਿਸਤਰੇ ਤੇ ਲੁਟਾਇਆ। ਉਹ ਮੇਰਾ ਹੱਥ ਫੜ ਕੇ ਲੇਟ ਗਈ। ਕੁਝ ਦੇਰ ਬਾਅਦ ਹੀ ਉਹ ਸੌਂ ਗਈ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਬਹੁਤ ਸੋਹਣੀ ਸੀ। ਜਿੱਦਾਂ ਦੀ ਵੀ ਸੀ, ਉਸ ਵੱਲ ਨਾ ਦੇਖਣ ਦੀ ਕੋਸ਼ਿਸ਼ ਕਰਦਾ। ਮੇਰੀਆਂ ਨਜ਼ਰਾਂ ਸਾਰੇ ਕਮਰੇ ਵਿੱਚ ਘੁੰਮ ਕੇ ਉਸ 'ਤੇ ਹੀ ਆ ਟਿਕਦੀਆਂ। ਜਦੋਂ ਮੈਂ ਦੇਖਿਆ ਕਿ ਉਹ ਸੌਂ ਰਹੀ ਆ, ਮੈਂ ਉਸ ਨੂੰ ਆਪਣਾ ਹੱਥ ਖਿੱਚ ਲਿਆ ਤੇ ਜਾ ਕੇ ਸੋਫੇ ਤੇ ਲੇਟ ਗਿਆ।
ਕਾਫੀ ਦੇਰ ਤੱਕ ਸੌਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਨੀਂਦ ਨਾ ਆਈ। ਉਹ ਗੂੜੀ ਨੀਂਦ ਵਿੱਚ ਸੌਂ ਰਹੀ ਸੀ ਤੇ ਮੈਂ ਉੱਠ ਕੇ ਬਾਹਰ ਹਾਲ 'ਚ ਆ ਗਿਆ ਅਤੇ ਸੋਫੇ 'ਤੇ ਲੇਟ ਗਿਆ ਤੇ ਸੌਂ ਗਿਆ। ਓਨੀ ਦਿਨੀ ਮੇਰੇ ਕਾਰਖਾਨੇ ਵਿੱਚ ਇੱਕ ਕੁੜੀ ਕੰਮ ਕਰਨ ਲੱਗੀ ਜੋ ਬਹੁਤ ਸੋਹਣੀ ਸੀ। ਮੈਨੂੰ ਵੀ ਇਹ ਪਸੰਦ ਆਉਣ ਲੱਗੀ। ਬਹੁਤ ਜਲਦੀ ਅਸੀਂ ਇੱਕ ਦੂਜੇ ਨਾਲ ਵਿਆਹ ਕਰਨ ਦਾ ਇਰਾਦਾ ਬਣਾ ਲਿਆ। ਇੱਕ ਵਾਰ ਮੈਂ ਉਸ ਨੂੰ ਆਪਣੇ ਘਰ ਲੈ ਆਇਆ। ਉਸ ਨੂੰ ਦੇਖ ਕੇ ਸੁਨੈਣਾ ਦਾ ਮੂੰਹ ਚੁੱਕ ਗਿਆ। ਉਸਨੇ ਕਿਹਾ ਕਿ ਉਹ ਮੇਰੇ ਘਰ ਕਿਉਂ ਆਈ ਆ, ਇਸ ਨੂੰ ਬਾਹਰ ਲੈ ਜਾਓ। ਇਹ ਸੁਣ ਕੇ ਮੀਰਾ ਮੇਰੇ ਵੱਲ ਦੇਖਣ ਲੱਗੀ। ਉਸਨੇ ਕਿਹਾ, ਤੁਸੀਂ ਇੱਕ ਪਾਗਲ ਕੁੜੀ ਨੂੰ ਘਰ 'ਚ ਕਿਉਂ ਰੱਖਿਆ? ਮੈਂ ਕਿਹਾ ਕਿ ਇਸ ਨੂੰ ਘਰ ਰੱਖਣਾ ਮੇਰੀ ਮਜਬੂਰੀ ਹੈ ਤੇ ਫਿਰ ਮੈਂ ਮੀਰਾ ਤੋਂ ਕੁਝ ਨਹੀਂ ਛੁਪਾਇਆ, ਉਸ ਨੂੰ ਸਭ ਕੁਝ ਦੱਸ ਦਿੱਤਾ। ਮੀਰਾ ਕਹਿਣ ਲੱਗੀ, ਜਲਦੀ ਤੋਂ ਜਲਦੀ ਇਸ ਤੋਂ ਛੁਟਕਾਰਾ ਪਾਓ। ਮੈਂ ਵਿਆਹ ਤੋਂ ਬਾਅਦ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੀ। ਇਹ ਸੁਣ ਕੇ ਮੈਂ ਚੁੱਪ ਹੋ ਗਿਆ। ਮੈਂ ਮੀਰਾ ਨੂੰ ਪਸੰਦ ਕਰਨ ਲੱਗਾ ਸੀ, ਇਸ ਲਈ ਮੈਂ ਸੁਨੈਣਾ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਵਾਰ ਮੇਰਾ ਕੰਮ ਚੰਗੀ ਤਰ੍ਹਾਂ ਨਾਲ ਸੈੱਟ ਹੋ ਜਾਵੇ ਤੇ ਫਿਰ ਮੀਰਾ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਸੁਨੈਣਾ ਨੂੰ ਜ਼ਹਿਰ ਦੇਣਾ ਸ਼ੁਰੂ ਕਰ ਦੇਵਾਂ ਕਿ ਇਸ ਕੁੜੀ ਦੀ ਕੋਈ ਵੀ ਜ਼ਿੰਦਗੀ ਹੈ ਇਸ ਲਈ ਮਰਨਾ ਹੀ ਚੰਗਾ। ਇਸ ਤਰ੍ਹਾਂ ਤੇਰੀ ਜ਼ਿੰਦਗੀ ਦੀ ਮੁਸ਼ਕਲ ਘੱਟ ਹੋ ਸਕਦੀ ਆ ਤੇ ਕੋਈ ਵੀ ਤੇਰੇ ਤੇ ਜ਼ਹਿਰ ਦੇਣ ਦਾ ਸ਼ੱਕ ਵੀ ਨਹੀਂ ਕਰੇਗਾ। ਮੀਰਾ ਦੀ ਇਹ ਸਲਾਹ ਮੈਨੂੰ ਪਸੰਦ ਵੀ ਆਈ। ਮੈਂ ਸੁਨੈਣਾ ਦੇ ਖਾਣੇ ਵਿੱਚ ਇਹੋ ਜਿਹੀ ਦਵਾਈ ਮਿਲਾ ਕੇ ਉਸ ਨੂੰ ਦੇਣ ਲੱਗਾ। ਕਦੇ ਮੈਂ ਦਵਾਈ ਨੂੰ ਆਈਸਕ੍ਰੀਮ ਵਿੱਚ ਮਿਲਾ ਕੇ ਦਿੰਦਾ ਸੀ ਤੇ ਕਦੇ ਖਾਣੇ ਵਿੱਚ ਮਿਲਾ ਕੇ। ਮੈਂ ਚਾਹੁੰਦਾ ਸੀ ਕਿ ਉਹ ਮਰ ਜਾਵੇ। ਖੈਰ, ਸਮਾਂ ਇਸ ਤਰ੍ਹਾਂ ਲੰਘਣ ਲੱਗਾ। ਇੱਕ ਵਾਰ ਜਦੋਂ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੈਨੂੰ ਸੁਨੈਣਾ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਪਰ ਉਹ ਮੈਨੂੰ ਕਿਤੇ ਵੀ ਨਹੀਂ ਦਿਖ ਰਹੀ ਸੀ। ਮੈਂ ਉਸ ਨੂੰ ਬੁਲਾਇਆ ਪਰ ਉਹ ਮੇਰੇ ਸਾਹਮਣੇ ਵੀ ਨਹੀਂ ਆਈ। ਉਹ ਸ਼ਾਇਦ ਆਪਣੇ ਕਮਰੇ ਵਿੱਚ ਸੀ ਕਿਉਂਕਿ ਉਸ ਦੇ ਰੋਣ ਦੀਆਂ ਆਵਾਜ਼ਾਂ ਉੱਧਰੋਂ ਆ ਰਹੀਆਂ ਸੀ। ਜਦੋਂ ਮੈਂ ਉਸਦੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਵੜਿਆ ਤਾਂ ਉਹ ਡਰੀ ਹੋਈ ਸੀ। ਉਹ ਇੱਕ ਕੋਨੇ ਵਿੱਚ ਡਰੀ ਹੋਈ ਬੈਠੀ ਸੀ। ਮੈਂ ਉਸ ਨੂੰ ਦੇਖ ਕੇ ਸ਼ਰਮਿੰਦਾ ਹੋ ਗਿਆ। ਉਸਦੇ ਕੱਪੜੇ ਬੁਰੀ ਤਰ੍ਹਾਂ ਫਟੇ ਹੋਏ ਸਨ। ਉਸਦੇ ਕਮਰੇ ਦਾ ਸਮਾਨ ਖਿਲਰਿਆ ਪਿਆ ਸੀ। ਉਸਦੇ ਵਾਲ ਵੀ ਖਿਲਰੇ ਹੋਏ ਸਨ। ਉਸਦੇ ਹੁਲੀਏ ਤੇ ਉਸਦੇ ਖਰਾਬ ਵਾਲਾਂ ਨੂੰ ਦੇਖ ਕੇ ਮੈਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਕਿਸੇ ਨੇ ਉਸਦੀ ਇੱਜ਼ਤ ਨੂੰ ਬਰਬਾਦ ਕੀਤਾ ਹੈ। ਉਹ ਮੈਨੂੰ ਦੇਖ ਕੇ ਡਰ ਗਈ। ਉਸਨੇ ਕਿਹਾ, ਇੱਥੇ ਚਲੇ ਜਾਓ, ਮੈਨੂੰ ਨਾ ਮਾਰੋ। ਮੈਂ ਪਾਪਾ ਨੂੰ ਕਹਾਂਗੀ ਕਿ ਤੁਸੀਂ ਮੈਨੂੰ ਬਹੁਤ ਮਾਰਿਆ। ਇਹ ਕਹਿ ਕੇ ਉਹ ਰੋਣ ਲੱਗ ਗਈ। ਪਹਿਲੀ ਵਾਰ ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਮੈਨੂੰ ਬਹੁਤ ਤਰਸ ਆਇਆ। ਇੰਜ ਲੱਗਾ ਜਿਵੇਂ ਕਿਸੇ ਨੇ ਮੇਰੇ ਦਿਲ ਨੂੰ ਮੁੱਠੀ ਵਿੱਚ ਘੁੱਟ ਲਿਆ ਹੋਵੇ। ਪਤਾ ਨਹੀਂ ਕਿਉਂ ਮੈਂ ਉਸ ਦੀ ਹਾਲਤ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਲੱਗਾ ਸ਼ੁਰੂ ਕਰ ਦਿੱਤਾ। ਮੈਂ ਮੰਜੇ ਤੇ ਪਈ ਚਾਦਰ ਨੂੰ ਚੁੱਕ ਕੇ ਉਸ 'ਤੇ ਪਾ ਦਿੱਤਾ, ਫਿਰ ਉਸ ਦੇ ਕੋਲ ਬੈਠ ਗਿਆ। ਮੈਂ ਪੁੱਛਿਆ, ਕੋਈ ਮੇਰੇ ਪਿੱਛੋਂ ਘਰ ਆਇਆ ਸੀ? ਸੁਨੈਣਾ ਕੋਲ ਆਇਆ ਸੀ? ਮੈਨੂੰ ਦੱਸ। ਮੇਰਾ ਦਿਲ ਕਰਦਾ ਸੀ ਕਿ ਉਸ ਵਿਅਕਤੀ ਦਾ ਖੂਨ ਪੀ ਜਾਂ। ਮਾਂ ਜਿਸ ਨੇ ਇੱਕ ਮਾਸੂਮ ਬੱਚੀ ਤੇ ਇਹ ਗੁਨਾਹ ਕੀਤਾ ਸੀ, ਉਹ ਬਹੁਤ ਡਰੀ ਹੋਈ ਸੀ। ਕਈ ਵਾਰ ਉਹ ਨਾ ਵਿੱਚ ਸਿਰ ਹਿਲਾਉਂਦੀ ਤੇ ਕਦੇ ਹਾਂ ਵਿੱਚ। ਮੈਂ ਕਿਹਾ, ਮੈਨੂੰ ਦੱਸ ਕੌਣ ਆਇਆ ਸੀ? ਮੈਂ ਉਸ ਨੂੰ ਬਹੁਤ ਕੁੱਟਾਂਗਾ। ਅਤੇ ਉਹ ਫੇਰ ਰੋਣ ਲੱਗ ਪਈ। ਉਸਨੇ ਕਿਹਾ, ਮੇਰੇ ਪਿਤਾ ਜੀ ਨੂੰ ਬੁਲਾਓ, ਮੈਂ ਪਿਤਾ ਜੀ ਕੋਲ ਜਾਣਾ ਹੈ। ਮੈਂ ਕਿਹਾ, ਦੱਸ ਕੌਣ ਆਇਆ ਸੀ? ਮੈਂ ਪਾਪਾ ਨੂੰ ਵੀ ਲੈ ਕੇ ਆਵਾਂਗਾ। ਉਹ ਘਰ ਵਿੱਚ ਇਕੱਲੀ ਸੀ। ਇਹ ਸਾਰਾ ਇਲਾਕਾ ਜਾਣਦਾ ਸੀ ਕਿ ਯਕੀਨਨ ਜੋ ਵੀ ਸੀ ਉਹ ਇਸ ਇਲਾਕੇ ਦਾ ਹੀ ਸੀ। ਫਿਰ ਸੁਨੈਣਾ ਕਹਿਣ ਲੱਗੀ ਕਿ ਦੁੱਧ ਵਾਲਾ ਆਇਆ ਸੀ। ਆਸ਼ੀਸ਼ ਭਰਾ ਉਸ ਸਵੇਰ ਆਇਆ ਸੀ। ਉਸਨੇ ਮੈਨੂੰ ਬਹੁਤ ਕੁੱਟਿਆ। ਮੇਰੇ ਕੱਪੜੇ ਦੇਖੋ। ਇਹ ਕਹਿ ਕੇ ਉਹ ਆਪਣੀਆਂ ਫਟੀਆਂ ਬਾਹਾਂ ਦਿਖਾਉਣ ਲੱਗੀ। ਉਸ ਦੀਆਂ ਬਾਹਾਂ ਤੇ ਚਿਹਰਾ ਜ਼ਖਮੀ ਸੀ। ਪਹਿਲੀ ਵਾਰ ਮੈਨੂੰ ਉਸ 'ਤੇ ਤਰਸ ਆਇਆ। ਮੈਂ ਪਿਆਰ ਨਾਲ ਉਸਦੇ ਸਿਰ ਤੇ ਹੱਥ ਰੱਖਿਆ ਤੇ ਉਸ ਨੂੰ ਆਪਣੇ ਗਲੇ ਨਾਲ ਲਾਇਆ। ਸ਼ਾਇਦ ਇਹੀ ਉਸ ਨੂੰ ਚਾਹੀਦਾ ਸੀ, ਇੱਕ ਆਸਰਾ ਅਤੇ ਸੁਰੱਖਿਆ। ਮੇਰੇ ਥੋੜ੍ਹੇ ਜਿਹੇ ਪਿਆਰ ਅਤੇ ਸਤਿਕਾਰ ਕਾਰਨ ਉਹ ਰੋਣ ਲੱਗ ਪਈ। ਉਸਨੇ ਕਿਹਾ, ਆਸ਼ੀਸ਼ ਭਰਾ, ਜਦੋਂ ਪਿਤਾ ਜੀ ਮੇਰੇ ਕੋਲ ਸਨ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਸੀ। ਮਾਂ ਦੀ ਮੌਤ ਤੋਂ ਬਾਅਦ ਵੀ ਮੈਂ ਨਹੀਂ ਰੋਈ ਕਿਉਂਕਿ ਪਿਤਾ ਜੀ ਮੇਰੇ ਨਾਲ ਸਨ। ਪਰ ਫਿਰ ਪਿਤਾ ਜੀ ਵੀ ਬਿਮਾਰ ਰਹਿਣ ਲੱਗ ਪਏ, ਇਸ ਲਈ ਉਹ ਮੈਨੂੰ ਡਾਕਟਰ ਦੇ ਘਰ ਛੱਡ ਗਏ। ਵੀਰ, ਅੱਜ ਕੱਲ੍ਹ ਡਾਕਟਰ ਵੀ ਚੰਗੇ ਨਹੀਂ ਹਨ। ਉਹ ਲੋਕ ਵੀ ਮੈਨੂੰ ਬਹੁਤ ਕੁੱਟਦੇ ਸਨ, ਜਿਵੇਂ ਉਸ ਦੁੱਧ ਵਾਲੇ ਨੇ ਮੈਨੂੰ ਮਾਰਿਆ ਹੈ। ਡਾਕਟਰ ਮੇਰੇ ਦੋਵੇਂ ਹੱਥ ਮੇਰੀ ਪਿੱਠ ਪਿੱਛੇ ਬੰਨ੍ਹ ਦਿੰਦੇ ਸੀ ਤੇ ਮੇਰੇ ਮੂੰਹ ਵਿੱਚ ਬਹੁਤ ਸਾਰਾ ਰੂੰ ਪਾ ਦਿੰਦੇ ਸੀ ਤਾਂ ਜੋ ਮੈਂ ਚੀਕ ਨਾ ਸਕਾਂ, ਤੇ ਫਿਰ ਉਹ ਮੇਰੇ ਨਾਲ ਲੱਗ ਕੇ ਰੋ ਰਹੀ ਸੀ। ਇਹ ਸਭ ਸੁਣ ਕੇ ਮੇਰਾ ਦਿਲ ਜਿਵੇਂ ਧੜਕਣਾ ਹੀ ਭੁੱਲ ਗਿਆ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਪਿਤਾ ਦੀ ਬਿਮਾਰੀ ਦੌਰਾਨ ਸਨੇਹਾ ਦੀ ਦੇਖਭਾਲ ਕੌਣ ਕਰੇਗਾ, ਕਿਉਂਕਿ ਮੇਰੇ ਲੰਡਨ ਜਾਣ ਤੋਂ ਬਾਅਦ ਸਨੇਹਾ ਦੀ ਮਾਂ ਟੀਵੀ ਤੋਂ ਪੀੜਤ ਸੀ ਜੋ ਵਿਗੜ ਗਿਆ ਸੀ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਉਦੋਂ ਪਿਤਾ ਜੀ ਵੀ ਸੁਨੈਣਾ ਦੀ ਦੇਖਭਾਲ ਕਰਦੇ ਸਨ। ਸ਼ਾਇਦ ਸੁਨੈਣਾ ਨੂੰ ਆਪਣੀ ਬਿਮਾਰੀ ਦੌਰਾਨ ਉਹਨਾਂ ਨੇ ਹਸਪਤਾਲ ਦਾ ਦਾਖਲ ਕਰਵਾਇਆ ਸੀ ਅਤੇ ਉੱਥੇ ਉਸ 'ਤੇ ਅਤਿਆਚਾਰ ਕੀਤੇ ਜਾ ਰਹੇ ਸੀ। ਮੈਨੂੰ ਯਾਦ ਆਉਣ ਲੱਗਾ ਕਿ ਡਾਕਟਰ ਸੁਨੈਣਾ ਨੂੰ ਮੇਰੇ ਨਾਲ ਭੇਜਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਕਿਉਂਕਿ ਉਹ ਸੁਨੈਣਾ ਨੂੰ ਤਸੀਹੇ ਦਿੰਦੇ ਸੀ।
ਸੁਨੈਣਾ 20 ਦਿਨਾਂ ਤੱਕ ਰਾਤ ਭਰ ਸੁੱਤੀ ਨਹੀਂ। ਕਦੇ ਉਹ ਨੀਂਦ ਵਿੱਚ ਡਰ ਜਾਂਦੀ ਤੇ ਕਦੇ ਰੋਣ ਲੱਗ ਜਾਂਦੀ। ਉਹ ਇਹੀ ਕਹਿੰਦੀ ਕਿ ਮੇਰੇ ਨੇੜੇ ਨਾ ਆਓ, ਮੈਂ ਆਪਣੇ ਪਿਤਾ ਨੂੰ ਦੱਸੂਗੀ, ਉਹ ਤੁਹਾਨੂੰ ਕੁੱਟਣਗੇ। ਪਹਿਲੀ ਵਾਰ ਮੈਨੂੰ ਲੱਗਾ ਕਿ ਮੈਂ ਉਸ ਬੇਜਵਾਨ ਤੇ ਮਾਸੂਮ ਬੱਚੀ ਨਾਲ ਜੋ ਕੀਤਾ ਉਹ ਬਹੁਤ ਵੱਡਾ ਗੁਨਾਹ ਸੀ। ਮੈਂ ਪੈਸੇ ਦੀ ਖਾਤਰ ਉਸ ਨੂੰ ਮਾਰਨ ਦਾ ਤਰੀਕਾ ਸੋਚ ਰਿਹਾ ਸੀ। ਮੈਂ ਹੁਣ ਆਪਣੇ ਪਿਤਾ ਦੀ ਵਸੀਅਤ ਸਮਝ ਗਿਆ ਸੀ ਕਿ ਉਹਨਾਂ ਨੇ ਮੈਨੂੰ ਜਾਇਦਾਦ ਕਿਉਂ ਨਹੀਂ ਦਿੱਤੀ। ਅਚਾਨਕ ਮੈਨੂੰ ਪਿਤਾ ਜੀ ਦੀ ਲਿਖੀ ਚਿੱਠੀ ਯਾਦ ਆ ਗਈ। ਮੈਂ ਉੱਠ ਕੇ ਅਲਮਾਰੀ ਦਾ ਦਰਾਜ਼ ਖੋਲ੍ਹਿਆ ਤੇ ਵਸੀਅਤ ਵਾਲੀ ਚਿੱਠੀ ਕੱਢ ਲਈ। ਜਦੋਂ ਮੈਂ ਇਸ ਨੂੰ ਖੋਲ੍ਹਿਆ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਤੂੰ ਸੁਨੈਣਾ ਨਾਲ ਵਿਆਹ ਕਰਵਾ ਲੈ ਤੇ ਉਸ ਨੂੰ ਸੁਰੱਖਿਆ ਰੱਖ, ਕਿਉਂਕਿ ਮੈਨੂੰ ਤੇਰੇ ਤੋਂ ਵੱਧ ਕਿਸੇ ਹੋਰ ਤੇ ਭਰੋਸਾ ਨਹੀਂ ਆ। ਕੋਈ ਸੁਨੈਣਾ ਨੂੰ ਪਨਾਹ ਦੇ ਸਕਦਾ ਹੈ, ਕੋਈ ਵੀ ਸੁਨੈਣਾ ਦੀ ਜਾਇਦਾਦ ਦੇ ਲਾਲਚ ਵਿੱਚ ਸੁਨੈਣਾ ਨਾਲ ਵਿਆਹ ਕਰ ਲਵੇਗਾ, ਪਰ ਉਹ ਉਸ ਨੂੰ ਉਹ ਪਿਆਰ ਨਹੀਂ ਦੇ ਸਕੇਗਾ ਜੋ ਤੂੰ ਦੇ ਸਕੇਗਾ। ਸੁਨੈਣਾ ਮੇਰੀ ਅਸਲੀ ਧੀ ਨਹੀਂ, ਪਰ ਮੈਂ ਉਸ ਨੂੰ ਹਮੇਸ਼ਾ ਧੀ ਵਾਂਗ ਪਾਲਿਆ ਹੈ। ਮੈਂ ਉਸ ਦੇ ਮਰਨ ਵਾਲੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਕਦੇ ਵੀ ਸੁਨੈਣਾ ਨੂੰ ਇਕੱਲੀ ਨਹੀਂ ਛੱਡਾਂਗਾ। ਜਦੋਂ ਮੈਂ ਬਿਮਾਰ ਸੀ, ਮੈਨੂੰ ਸੁਨੈਣਾ ਦੀ ਦੇਖਭਾਲ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਮੈਂ ਬਿਮਾਰ ਵਿਅਕਤੀ ਸੁਨੈਣਾ ਦੀ ਦੇਖਭਾਲ ਨਹੀਂ ਕਰ ਸਕਿਆ ਅਤੇ ਫਿਰ ਮੈਂ ਤੈਨੂੰ ਕਈ ਵਾਰ ਫੋਨ ਕਰਕੇ ਭਾਰਤ ਵਾਪਸ ਆਉਣ ਲਈ ਵੀ ਕਿਹਾ, ਪਰ ਤੂੰ ਹਰ ਵਾਰ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਤੈਨੂੰ ਛੁੱਟੀ ਨਹੀਂ ਮਿਲ ਸਕਦੀ। ਤੇਰੀ ਉਡੀਕ ਕਰਦਿਆਂ ਮੈਂ ਮੌਤ ਦੀ ਦਹਲੀਜ਼ ਤੇ ਆ ਗਿਆ। ਸੁਨੈਣਾ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਮੈਂ ਇੱਕ ਵਸੀਅਤ ਲਿਖ ਰਿਹਾ ਹਾਂ ਜਿਸ ਨੂੰ ਪੜ੍ਹ ਕੇ ਸ਼ਾਇਦ ਤੈਨੂੰ ਦੁੱਖ ਲੱਗੇ, ਪਰ ਮੇਰਾ ਖਤ ਪੜ੍ਹ ਕੇ ਤੈਨੂੰ ਸਮਝ ਆ ਜਾਵੇਗਾ। ਸੁਨੈਣਾ ਨੂੰ ਆਪਣਾ ਕੇ ਉਸ ਨੂੰ ਸੁਰੱਖਿਅਤ ਦੇਣਾ ਤੇ ਜੀਵਨ ਭਰ ਉਸ ਦਾ ਸਾਥ ਦੇਣਾ। ਸੁਨੈਣਾ ਵਿੱਚ ਅਜੇ ਬਚਪਨਾ ਹੈ ਤੇ ਉਹ ਆਪਣੀ ਉਮਰ ਦੇ ਹਿਸਾਬ ਨਾਲ ਛੋਟੇ ਬੱਚੇ ਵਾਂਗ ਵਿਵਹਾਰ ਕਰਦੀ ਹੈ, ਪਰ ਜੇਕਰ ਤੂੰ ਬਾਹਰ ਜਾ ਕੇ ਕਿਸੇ ਚੰਗੇ ਡਾਕਟਰ ਤੋਂ ਉਸ ਦਾ ਇਲਾਜ ਕਰਵਾਵੇਂਗਾ ਤਾਂ ਉਹ ਠੀਕ ਹੋ ਸਕਦੀ ਆ। ਮੈਂ ਆਪ ਹੀ ਉਸ ਦਾ ਇਲਾਜ ਕਰਵਾਉਣਾ ਚਾਹੁੰਦਾ ਸੀ, ਪਰ ਜ਼ਿੰਦਗੀ ਨੇ ਮੈਨੂੰ ਇੰਨਾ ਸਮਾਂ ਨਹੀਂ ਦਿੱਤਾ। ਹੱਥ ਜੋੜ ਕੇ ਤੈਨੂੰ ਬੇਨਤੀ ਹੈ ਕਿ ਆਪਣੇ ਮਰਦੇ ਹੋਏ ਪਿਤਾ ਦੀ ਗੱਲ ਮੰਨ ਲੈਣਾ। ਮੈਂ ਖਤ ਉੱਥੇ ਹੀ ਮੋੜ ਕੇ ਰੱਖ ਦਿੱਤਾ। ਸੁਨੈਣਾ ਸੁੱਤੀ ਪਈ ਸੀ ਪਰ ਨੀਂਦ ਵਿੱਚ ਸੀ। ਉਹ ਬੁਰੀ ਤਰ੍ਹਾਂ ਨਾਲ ਕੰਬ ਰਹੀ ਸੀ। ਉਸ ਨੂੰ ਜਿਸ ਮੁਸੀਬਤ ਵਿੱਚੋਂ ਗੁਜ਼ਰਨਾ ਪੈ ਰਿਹਾ ਸੀ ਉਹ ਛੋਟੀ ਨਹੀਂ ਸੀ। ਮੈਂ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਜਦੋਂ ਮੇਰੇ ਪਿਤਾ ਜੀ ਬਿਮਾਰ ਸਨ, ਮੈਨੂੰ ਸੁਨੈਣਾ ਦੀ ਦੇਖਭਾਲ ਲਈ ਕਿਸੇ ਦੀ ਲੋੜ ਸੀ। ਉਹ ਮੈਨੂੰ ਵਾਰ-ਵਾਰ ਫੋਨ ਕਰਦੇ ਰਹੇ, ਪਰ ਮੈਂ ਉਸ ਨੂੰ ਛੁੱਟੀ ਨਾ ਮਿਲਣ ਦਾ ਕਾਰਨ ਨਹੀਂ ਦੱਸਿਆ। ਮੈਂ ਉਹਨਾਂ ਦੀਆਂ ਗੱਲਾਂ ਨੂੰ ਅਣਸੁਣੀਆਂ ਕਰ ਦਿੰਦਾ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਸੁਨੈਣਾ ਨਾਲ ਇੰਨੀ ਵੱਡੀ ਬੇਇਨਸਾਫੀ ਹੋਵੇਗੀ। ਪਿਤਾ ਜੀ ਨੇ ਮਜਬੂਰੀ ਵਿੱਚ ਸੁਨੈਣਾ ਨੂੰ ਮਾਨਸਿਕ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਸੀ ਤੇ ਉੱਥੇ ਉਸ ਨਾਲ ਬਹੁਤ ਕੁਝ ਵਾਪਰ ਗਿਆ ਸੀ। ਮੈਂ ਇਸ ਲਈ ਸਭ ਕੁਝ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਜੇਕਰ ਮੈਂ ਸਮੇਂ ਸਿਰ ਵਾਪਸ ਘਰ ਆ ਜਾਂਦਾ ਤਾਂ ਸੁਨੈਣਾ ਨਾਲ ਇਹ ਸਭ ਕੁਝ ਨਾ ਵਾਪਰਦਾ। ਸਵੇਰੇ ਜਦੋਂ ਦੁੱਧ ਦੇਣ ਆਇਆ ਤਾਂ ਮੈਂ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਤੇ ਫਿਰ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਇਹ ਦੇਖ ਕੇ ਸੁਨੈਣਾ ਬਹੁਤ ਖੁਸ਼ ਹੋਈ। ਇਸ ਲਈ ਉਸਨੇ ਉਸ ਨੂੰ ਕਿਹਾ ਕਿ ਹਾਂ, ਉਸ ਨੂੰ ਹੋਰ ਮਾਰੋ, ਇਸ ਨੂੰ ਚਾਕੂ ਨਾਲ ਕੱਟ ਦਿਓ। ਇਸ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ। ਮੈਂ ਉਸ ਦੁੱਧ ਵਾਲੇ ਨੂੰ ਲਹੂ ਲਹਾਨ ਕਰ ਦਿੱਤਾ। ਰਾਤ ਨੂੰ ਜਦੋਂ ਮੈਂ ਸੁਨੈਣਾ ਨੂੰ ਖਾਣਾ ਖਵਾਉਣ ਲਈ ਗੁੜ ਤਿਆਰ ਕਰਨ ਲੱਗਾ ਤਾਂ ਉਹ ਕਹਿਣ ਲੱਗੀ, ਆਸ਼ੀਸ਼ ਭਰਾ, ਅੱਜ ਇਸ ਵਿੱਚ ਪਾਊਡਰ ਨਹੀਂ ਪਾਉਂਗੇ। ਉਸ ਦੇ ਬੋਲੇ ਹੋਏ ਬੋਲਾਂ ਨੇ ਮੇਰੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ। ਸੁਨੈਣਾ ਦੇ ਬਚਪਨੇ ਦਾ ਫਾਇਦਾ ਉਠਾਉਂਦੇ ਹੋਏ ਮੈਂ ਉਸ ਦੇ ਖਾਣੇ ਵਿੱਚ ਜ਼ਹਿਰ ਨੂੰ ਲੁਕੋ ਕੇ ਨਹੀਂ ਪਾਉਂਦਾ ਸੀ, ਸਗੋਂ ਮੈਂ ਉਸ ਦੇ ਸਾਹਮਣੇ ਉਸ ਦੇ ਖਾਣੇ ਵਿੱਚ ਥੋੜ੍ਹਾ ਜਿਹਾ ਪਾਊਡਰ ਪਾ ਦਿੰਦਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਇਹ ਪਾਗਲ ਹੈ, ਉਸ ਨੂੰ ਕੁਝ ਵੀ ਨਹੀਂ ਸਮਝ ਆਵੇਗਾ। ਤੇ ਅੱਜ ਜਦੋਂ ਉਸਨੇ ਕਿਹਾ ਕਿ ਮੈਂ ਆਪਣੇ ਵੱਲ ਦੇਖਣ ਦੇ ਯੋਗ ਨਹੀਂ ਸੀ, ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ। ਸੁਨੈਣਾ ਕਹਿਣ ਲੱਗੀ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਮੈਂ ਮਰ ਜਾਵਾਂ। ਉਸ ਦੀ ਗੱਲ ਸੁਣ ਕੇ ਮੈਂ ਇੱਕਦਮ ਉਸ ਵੱਲ ਦੇਖਣ ਲੱਗਾ ਤੇ ਉਹ ਇਹ ਗੱਲ ਕਿਵੇਂ ਜਾਣਦੀ ਸੀ। ਉਹ ਕਹਿਣ ਲੱਗੀ ਕਿ ਮੈਂ ਸਭ ਨੂੰ ਬੁਰੀ ਲੱਗਦੀ ਹਾਂ, ਪਰ ਸਿਰਫ ਮੇਰੇ ਪਿਤਾ ਜੀ ਹੀ ਮੈਨੂੰ ਪਸੰਦ ਕਰਦੇ ਸਨ। ਮੈਨੂੰ ਪਤਾ ਹੈ ਕਿ ਜੇਕਰ ਉਹ ਪਾਊਡਰ ਖਾ ਲਵਾਂਗੀ ਤਾਂ ਮੈਂ ਮਰ ਜਾਵਾਂਗੀ। ਤੁਹਾਡੀ ਦੋਸਤ ਹੀ ਕਹਿ ਰਹੀ ਸੀ। ਸ਼ਾਇਦ ਉਹ ਮੇਰੀ ਤੇ ਮੀਰਾ ਦੀ ਗੱਲ ਸੁਣ ਕੇ ਸਮਝ ਗਈ ਸੀ। ਜੇ ਉਸ ਨੂੰ ਪਤਾ ਸੀ ਕਿ ਮੈਂ ਉਸ ਦੇ ਖਾਣੇ ਵਿੱਚ ਜ਼ਹਿਰ ਦੇ ਰਿਹਾ ਹਾਂ ਤਾਂ ਫਿਰ ਉਹ ਜ਼ਹਿਰ ਖਾ ਕਿਉਂ ਰਹੀ ਸੀ। ਮੇਰਾ ਦਿਲ ਉਸ ਦੀ ਮਾਸੂਮੀਅਤ ਤੇ ਰੋ ਰਿਹਾ ਸੀ। ਫਿਰ ਉਸਨੇ ਕਿਹਾ, ਮੈਨੂੰ ਜ਼ਹਿਰ ਨਾ ਦਿਓ, ਆਪਣੀ ਸਹੇਲੀ ਨੂੰ ਆਪਣੀ ਵਹੁਟੀ ਬਣਾ ਲਿਓ, ਮੈਨੂੰ ਮੇਰੇ ਪਿਤਾ ਜੀ ਕੋਲ ਛੱਡ ਦਿਓ। ਮੈਂ ਆਪਣੇ ਪਿਤਾ ਜੀ ਕੋਲ ਜਾਣਾ ਚਾਹੁੰਦੀ ਹਾਂ। ਸੁਨੈਣਾ ਦੀਆਂ ਗੱਲਾਂ ਦਾ ਕੋਈ ਵੀ ਜਵਾਬ ਨਹੀਂ ਸੀ ਮੇਰੇ ਕੋਲ। ਬਸ ਉਸ ਨੂੰ ਖਾਣਾ ਖਵਾਉਂਦਾ ਰਿਹਾ ਤੇ ਅਗਲੇ ਦਿਨ ਮੈਂ ਮੀਰਾ ਨੂੰ ਕਿਹਾ ਕਿ ਮੈਂ ਉਸ ਨਾਲ ਵਿਆਹ ਨਹੀਂ ਕਰ ਸਕਦਾ। ਇਹ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਹੁਣ ਸੁਨੈਣਾ ਦਾ ਇਲਾਜ ਕਰਵਾਉਣਾ ਸੀ ਅਤੇ ਮੈਂ ਚੈੱਕ ਕੀਤਾ ਕਿ ਉਹ ਪਿਆਰ ਨਾਲ ਹਰ ਗੱਲ ਨੂੰ ਮੰਨ ਜਾਂਦੀ ਹੈ। ਮੇਰਾ ਥੋੜ੍ਹਾ ਜਿਹਾ ਧਿਆਨ ਦੇਣ ਨਾਲ ਪਹਿਲਾਂ ਨਾਲੋਂ ਬਹੁਤ ਠੀਕ ਹੋ ਗਈ ਸੀ। ਉਸਨੇ ਘਰ ਨੂੰ ਸਾਫ਼ ਰੱਖਣਾ ਸ਼ੁਰੂ ਕਰ ਦਿੱਤਾ ਸੀ। ਉਹ ਮੇਰੇ ਕੋਈ ਛੋਟੇ-ਮੋਟੇ ਕੰਮ ਵੀ ਕਰ ਦਿੰਦੀ ਸੀ। ਜਿੱਥੇ ਦਵਾਈ ਅਸਰ ਨਹੀਂ ਕਰਦੀ ਉੱਥੇ ਪਿਆਰ ਅਸਰ ਕਰ ਜਾਂਦਾ ਹੈ। ਮੇਰੇ ਪਿਆਰ ਦੀ ਬਦੌਲਤ ਹੀ ਸੁਨੇਹਾ ਪਹਿਲਾਂ ਨਾਲੋਂ ਠੀਕ ਹੋਣ ਲੱਗੀ ਸੀ।